हाँ जी फ्रेंड्स, गुड इवनिंग जी सारे ਨੂੰ। सो ਅੱਜ ਦੀ ਕਲਾਸ ਦੇ ਵਿੱਚ ਅਸੀਂ ਧਰਤੀ ਦੀ ਸੰਰਚਨਾ ਬਾਰੇ ਪੜਾਂਗੇ। ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ ਤੁਹਾਡੇ ਲਈ ਇਹ ਟੌਪਿਕ, ਕਿਉਂਕਿ ਹਰ ਵਾਰ ਐਗਜ਼ਾਮ ਦੇ ਵਿੱਚ ਕੁਝ ਨਾ ਕੁਝ ਕੁਐਸਚਨ ਹੈ ਜਿਹੜੇ ਇੱਥੋਂ ਵੇਖਣ ਨੂੰ ਮਿਲਦੇ ਨੇ। ਤਾਂ ਫਿਰ ਧਰਤੀ ਦੀ ਸੰਰਚਨਾ ਦੀ ਗੱਲ ਕਰਾਂਗੇ, ਕੰਸਟਰਕਸ਼ਨ ਆਫ ਅਰਥ ਦੀ ਗੱਲ ਕਰਾਂਗੇ। ਇਸ ਤੋਂ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਅਸੀਂ ਨੈਚੁਰਲ ਰਿਸੋਰਸਸ ਦੀ ਗੱਲ ਕੀਤੀ ਸੀ, ਜਿਸ ਦੇ ਵਿੱਚ ਅਸੀਂ ਲਿਥੋਸਫੀਅਰ, ਹਾਈਡਰੋਸਫੀਅਰ, ਧਰਤੀ ਦੀਆਂ ਵਾਯੂਮੰਡਲ ਦੀਆਂ ਵੱਖ-ਵੱਖ ਪਰਤਾਂ ਬਾਰੇ ਗੱਲ ਕੀਤੀ ਸੀ। ਸੋ ਵੀਡੀਓ ਤੁਸੀਂ ਇੱਕ ਵਾਰ ਜ਼ਰੂਰ ਦੇਖ ਲਿਓ। ਤਾਂ ਫਰੈਂਡ, ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣਨਾ ਜ਼ਰੂਰੀ ਆ ਕਿ ਸਾਡੇ ਲਵੇ ਅਸੀਂ ਲਿਥੋਸਫੀਅਰ, ਜਿਸ ਨੂੰ ਅਸੀਂ ਥਲ ਮੰਡਲ ਕਹਿੰਦੇ ਹੈਗੇ, ਹਾਈਡਰੋਸਫੀਅਰ ਜਿਸ ਨੂੰ ਅਸੀਂ ਪਾਣੀ ਮੰਡਲ ਜਾਂ ਫਿਰ ਜਲ ਮੰਡਲ ਕਹਿੰਦੇ ਹੈਗੇ, ਤੇ ਥਰਡ ਸਾਡੇ ਲਈ ਹੁੰਦਾਗਾ ਐਟਮੋਸਫੀਅਰ, ਐਟਮੋਸਫੀਅਰ ਜਿਸ ਨੂੰ ਕਿ ਅਸੀਂ ਵਾਯੂਮੰਡਲ ਕਹਿੰਦੇ ਆ। ਠੀਕ ਹੈ ਜੀ। ਤਾਂ ਵਾਯੂਮੰਡਲ ਦੇ ਵਿੱਚ ਅਸੀਂ ਵੱਖਰੇ ਵੱਖਰੇ ਸਤਾਵਾਂ ਬਾਰੇ ਪੜ੍ਹਦੇ ਹਾਂਗੇ, ਜਿਸ ਨੂੰ ਅਸੀਂ ਸਮਤਾਪ ਮੰਡਲ ਪੜ੍ਹਦੇ ਹਾਂਗੇ, ਆਇਨੋ ਮੰਡਲ ਪੜ੍ਹਦੇ ਹਾਂਗੇ, ਓਜ਼ੋਨੋ ਮੰਡਲ ਪੜ੍ਹਦੇ ਹਾਂਗੇ। ਠੀਕ ਹੈ ਜੀ। ਬਾਹਰੀ ਮੰਡਲ ਪੜ੍ਹਦੇ ਹਾਂਗੇ, ਉਹ ਅਸੀਂ ਐਟਮੋਸਫੀਅਰ ਚ ਪੜ੍ਹਦੇ ਹਾਂਗੇ। ਬਟ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਡਾ ਜਿਹੜਾ ਮੇਨ ਟਾਰਗੇਟ ਰਹੇਗਾ ਉਹ ਅਸੀਂ ਲਿਥੋਸਫੀਅਰ ਬਾਰੇ ਪੜਾਂਗੇ। ਲਿਥੋਸਫੀਅਰ ਧਰਤੀ ਦੀ ਸੰਰਚਨਾ ਬਾਰੇ ਪੜਾਂਗੇ, ਧਰਤੀ ਦੀਆਂ ਵੱਖ-ਵੱਖ ਪਰਤਾਂ ਬਾਰੇ ਪੜਾਂਗੇ, ਜਿਸ ਵਿੱਚ ਅਸੀਂ ਕਰਸਟ, ਮੈਂਟਲ ਤੇ ਕੋਰ ਬਾਰੇ ਪੜਾਂਗੇ। ਠੀਕ ਹੈ ਜੀ। ਸੋ ਉਮੀਦ ਹੈ ਤੁਹਾਨੂੰ ਇਹ ਗੱਲ ਤਾਂ ਕਲੀਅਰ ਹੋ ਗਈ ਹੋਵੇਗੀ ਕਿ ਅੱਜ ਦਾ ਸਾਡਾ ਟੌਪਿਕ ਕੀ ਹੈਗਾ। ਤਾਂ ਲਿਥੋਸਫੀਅਰ ਬਾਰੇ ਪੜਾਂਗੇ ਜੀ। ਤਾਂ ਫਰੈਂਡ, ਸਭ ਤੋਂ ਪਹਿਲਾਂ ਦੇਖੋ, ਜੇਕਰ ਮੈਂ ਧਰਤੀ ਦੀ ਇੱਕ ਸਟਰਕਚਰ ਦੀ ਗੱਲ ਕਰਾਂ, ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਇਸ ਗੱਲ ਨੂੰ ਸਮਝ ਲਓ ਕਿ ਜਿਹੜੀ ਸੈਂਟਰ ਵਾਲੀ ਹੈਗੀ, ਧਰਤੀ ਦੀਆਂ ਤਿੰਨ ਪਰਤਾਂ ਨੇ ਜੀ। ਜਿਹੜੀ ਸੈਂਟਰ ਵਾਲੀ ਪਰਤ ਹੈਗੀ, ਇਸ ਨੂੰ ਅਸੀਂ ਕੋਰ ਕਹਿੰਦੇ ਆਂਗੇ, ਇਸ ਨੂੰ ਅਸੀਂ ਕੋਰ ਕਹਿੰਦੇ ਆ, ਜਿਹੜੀ ਬਿਲਕੁਲ ਸੈਂਟਰ 'ਚ ਆ। ਜਿਹੜੀ ਦੂਸਰੀ ਨੰਬਰ ਦੀ ਪਰਤ ਹੈਗੀ, ਇਸ ਨੂੰ ਅਸੀਂ ਮੈਂਟਲ ਕਹਿੰਦੇ ਆਂਗੇ, ਤੇ ਜਿਹੜੀ ਸਭ ਤੋਂ ਬਾਹਰ ਆ ਇਸ ਨੂੰ ਅਸੀਂ ਕਰਸਟ ਕਹਿੰਦੇ ਆਂਗੇ। ਠੀਕ ਹੈ ਜੀ। ਸੋ ਧਰਤੀ ਦੀਆਂ ਤਿੰਨ ਪਰਤਾਂ ਨੇ, ਕੋਰ, ਮੈਂਟਲ ਤੇ ਕਰਸਟ। ਪੂਰੀ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੀ ਡਿਟੇਲ ਗੱਲ ਕਰਾਂਗੇ ਕਿ ਇੱਥੇ ਕੀ ਕੁਛ ਹੈਗਾ। ਜੇਕਰ ਤੁਹਾਨੂੰ ਧਰਤੀ ਦੀ ਸਹੀ ਸਟਰਕਚਰ ਦੱਸੀ ਜਾਵੇ ਤਾਂ ਧਰਤੀ ਦੀ ਸਹੀ ਸਟਰਕਚਰ ਹੈ ਜਿਹੜੀ ਉਹ ਐਲਿਪਟੀਕਲ ਆ। ਇਹਦਾ ਮਤਲਬ ਕਿ ਸਰਕੂਲਰ ਨਹੀਂ ਹੈਗੀ, ਸਰਕੂਲਰ ਨਹੀਂ ਹੈਗੀ, ਇੱਕ ਚੱਕਰਾਕਾਰ ਨਹੀਂ ਹੈਗੀ, ਬਲਕਿ ਅੰਡਾਕਾਰ ਆ ਗਈ। ਗੱਲ ਸਮਝੋ, ਧਰਤੀ ਦੀ ਜਿਹੜੀ ਸ਼ੇਪ ਆ, ਧਰਤੀ ਜਿਹੜਾ ਆਕਾਰ ਆ, ਉਹ ਕੀ ਹੈ ਜੀ, ਅੰਡਾਕਾਰ ਆ। ਇਸ ਗੱਲ ਨੂੰ ਧਿਆਨ 'ਚ ਰੱਖੋ। ਜੇਕਰ ਧਰਤੀ ਦਾ ਮੈਂ ਅਰਧ ਵਿਆਸ ਦੀ ਗੱਲ ਕਰਾਂ ਤਾਂ ਤੁਸੀਂ ਯਾਦ ਰੱਖਣਾ ਕਿ ਅਪਰੋਕਸੀਮੇਟ 6400 ਕਿਲੋਮੀਟਰ ਧਰਤੀ ਦਾ ਅਰਧ ਵਿਆਸ ਹੈਗਾ। ਇਹਦਾ ਮਤਲਬ ਹੈਗਾ ਧਰਤੀ ਨੂੰ ਜਿਵੇਂ ਇੱਕ ਪੂਰਾ ਚੱਕਰ ਮੰਨਾ ਤਾਂ ਇਸ ਦੇ ਕੇਂਦਰ ਤੋਂ ਲੈ ਕੇ ਬਾਹਰੀ ਸਤ੍ਹਾ ਕਰਸਟ ਤੱਕ ਦਾ ਜਿਹੜਾ ਅਰਧ ਵਿਆਸ ਆ ਇਹ 6400 ਕਿਲੋਮੀਟਰ ਹੋਏਗਾ। ਪਰ ਤੁਹਾਨੂੰ ਮੈਂ ਦੱਸ ਕੇ ਹਟਿਆ ਕਿ ਜਿਹੜੀ ਧਰਤੀ ਆ ਉਹ ਚੱਕਰਾਕਾਰ ਨਹੀਂ ਹੈਗੀ, ਜਿਹੜੀ ਧਰਤੀ ਆ ਉਹ ਚੱਕਰਾਕਾਰ ਨਹੀਂ ਹੈਗੀ। ਸੋ ਤੁਹਾਨੂੰ ਸਮਝਣਾ ਪਏਗਾ ਕਿ ਜਿਹੜੀ ਧਰਤੀ ਹੈ ਇਸ ਦੀ ਜਿਹੜੀ ਆਕਾਰ ਹੈ ਨਾ, ਜਿਹੜਾ ਇਸਦਾ, ਉਹ ਇੱਕ ਐਗ ਦੀ ਤਰ੍ਹਾਂ, ਠੀਕ ਹੈ ਜੀ, ਧਰਤੀ ਦਾ ਜਿਹੜਾ ਆਕਾਰ ਆ ਉਹ ਐਗ ਦੀ ਤਰ੍ਹਾਂ। ਸੋ ਜੇਕਰ ਮੈਂ ਇੱਥੇ ਇਸਦਾ ਸੈਂਟਰ ਮੰਨਾ ਤਾਂ ਇਸਦੇ ਦੋ ਅਰਧ ਵਿਆਸ ਬਣਦੇ ਨੇ। ਗੱਲ ਸਮਝੋ, ਦੋ ਅਰਧ ਵਿਆਸ ਬਣਦੇ ਨੇ। ਸੋ ਕਹਿਣ ਦਾ ਮਤਲਬ ਕਿ ਧਰਤੀ ਦੇ ਤੁਹਾਨੂੰ ਦੋ ਅਰਧ ਵਿਆਸ ਯਾਦ ਰੱਖਣੇ ਪੈਣਗੇ, ਇੱਕ ਪੋਲ ਦਾ ਤੇ ਦੂਜਾ ਇਕੁਏਟਰ ਦਾ। ਜਿਹੜਾ ਇਹ ਵਾਲਾਗਾ ਅਰਧ ਵਿਆਸ, ਇਸ ਨੂੰ ਪੋਲ ਕਹਿੰਦੇ ਜੀ, ਇਸ ਨੂੰ ਇਕੁਏਟਰ ਕਹਿੰਦੇ ਆ। ਪੋਲ ਧਰੁਵ ਹੁੰਦਾਗਾ, ਇਕੁਏਟਰ ਭੂ-ਮੱਧ ਰੇਖਾ ਹੁੰਦਾ। ਇਹ ਸਾਡੇ ਲਈ ਭੂ-ਮੱਧ ਰੇਖਾ ਹੋਏਗੀ ਤੇ ਇਸ ਨੂੰ ਅਸੀਂ ਧਰੁਵ ਕਹਿੰਦੇ ਆ। ਸੋ ਪੰਜਾਬੀ ਇੰਗਲਿਸ਼ ਨਾਲ ਦੱਸ ਰਿਹਾਗਾ, ਇਸ ਨੂੰ ਅਸੀਂ ਕਹਿੰਦੇ ਆ ਜੀ ਪੋਲ, ਧਰੁਵ। ਠੀਕ ਹੈ ਜੀ। ਇਸ ਨੂੰ ਅਸੀਂ ਕਹਿੰਦੇ ਆ ਭੂ-ਮੱਧ ਰੇਖਾ, ਇਕੁਏਟਰ। ਇਹ ਦੋ ਗੱਲਾਂ ਯਾਦ ਰੱਖਿਓ। ਸੋ ਤੁਸੀਂ ਦੇਖ ਰਹੇ ਹੋਗੇ ਕਿ ਜਿਹੜੀ ਪੋਲ ਆ ਨਾ, ਇਹ ਵਾਲਾ, ਕਿਉਂਕਿ ਜਿਹੜੀ ਇਹ ਧਰਤੀ ਆ ਇਹ ਸੈਂਟਰ ਤੋਂ ਥੋੜੀ ਜਿਹੀ ਪਿਚਕੀ ਹੋਈ ਹੈਗੀ, ਐਲਿਪਟੀਕਲ ਸ਼ੇਪ ਆ, ਅੰਡਾਕਾਰ ਸ਼ੇਪ ਆ, ਤਾਂ ਜਿਹੜਾ ਦਾ ਇਹ ਅਰਧ ਵਿਆਸ ਹੈ ਇਹ ਬਹੁਤ ਘੱਟ ਆ। ਸੋ ਯਾਦ ਰੱਖੋਗੇ ਕਿ ਇਹ ਤੁਹਾਡੇ ਲਈ 6356 ਕਿਲੋਮੀਟਰ ਆ, ਬਟ ਇਹ ਅਰਧ ਵਿਆਸ ਹੈ ਜਿਹੜਾ ਇਹ ਤੁਹਾਡੇ ਲਈ 6378 ਕਿਲੋਮੀਟਰ ਹੋਏਗਾ। ਹੋਪਫੁਲੀ ਮੇਰੀ ਗੱਲ ਨੂੰ ਸਮਝੇ ਹੋਣਗੇ, ਕਿਉਂਕਿ ਜਿਹੜੀ ਧਰਤੀ ਆ ਉਸ ਦਾ ਜਿਹੜਾ ਆਕਾਰ ਹੈਗਾ, ਧਰਤੀ ਦਾ ਆਕਾਰ ਆ ਜਿਹੜਾ ਉਹ ਸਰਕੂਲਰ ਨਹੀਂ ਹੈਗਾ। ਜੇਕਰ ਤੁਹਾਡੇ ਤੋਂ ਇੱਕ ਐਵਰੇਜ ਧਰਤੀ ਦਾ ਅਰਧ ਵਿਆਸ ਪੁੱਛਿਆ ਜਾਵੇ ਤਾਂ ਤੁਹਾਡਾ ਆਨਸਰ 6400 ਕਿਲੋਮੀਟਰ ਰਹੇਗਾ। ਬਟ ਜੇਕਰ ਤੁਹਾਡੇ ਤੋਂ ਇਕੁਏਟਰ ਤੇ ਪੋਲ ਯਾਨੀ ਕਿ ਧਰੁਵ ਦਾ ਅਰਧ ਵਿਆਸ ਪੁੱਛਿਆ ਜਾਵੇ ਤੇ ਭੂ-ਮੱਧ ਰੇਖਾ ਦਾ ਅਰਧ ਵਿਆਸ ਪੁੱਛਿਆ ਜਾਵੇ ਤਾਂ ਤੁਹਾਡਾ ਆਨਸਰ
6356 ਕਿਲੋਮੀटर ਜਾਂ ਫਿਰ 6378 ਕਿਲੋਮੀटर रहेगा, क्योंकि ਇਹ ਸਾਨੂੰ ਆਬਜੈਕਟ ਦਿਖਾਈ ਵੀ ਦੇ ਰਿਹਾ ਹੈਗਾ ਕਿ ਇਹ ਵਾਲਾ ਅਰਧ ਵਿਆਸ ਬਹੁਤ ਜ਼ਿਆਦਾ ਐਸ ਕੰਪੇਅਰ ਟੂ ਪੋਲ। ਕਲੀਅਰ ਹੋ ਗਿਆ। ਸੋ ਇਸ ਗੱਲ ਨੂੰ ਯਾਦ ਰੱਖਣਾਗਾ। ਆਫਟਰ ਦੈਟ ਪ੍ਰਿਥਵੀ ਦੀ ਡੂੰਘਾਈ ਬਾਰੇ ਜਾਣਕਾਰੀ। ਹੁਣ ਜਿਹੜੀ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਕਿ ਪ੍ਰਿਥਵੀ ਦਾ ਜਿਹੜਾ ਅਰਧ ਵਿਆਸ 6356 ਜਾਂ ਫਿਰ 6378, ਇਹ ਸਾਨੂੰ ਪਤਾ ਕਿੱਥੋਂ ਲੱਗਦਾ ਹੈਗਾ ਕਿ ਇਸ ਦੀ ਡੂੰਘਾਈ ਕਿੰਨੀ ਆ ਗਈ। ਤਾਂ ਇਸ ਦੇ ਦੋ ਤਰੀਕੇ ਨੇ ਜੀ, ਇਸ ਦੀ ਡੂੰਘਾਈ ਨੂੰ ਪਤਾ ਕਰਨ ਦੇ ਦੋ ਤਰੀਕੇ ਨੇ ਜੀ। ਠੀਕ ਹੈ ਜੀ। ਪਹਿਲਾ ਤਰੀਕਾ ਕਿਹੜਾ ਹੈਗਾ? ਪਹਿਲਾ ਤਰੀਕਾ ਸਾਡੇ ਲਵੇ ਪ੍ਰਾਕਿਰਤਿਕ ਕੁਦਰਤੀ ਮੈਥਡ ਹੈ ਨਾ, ਕੁਦਰਤੀ ਢੰਗ ਤਰੀਕਾ ਹੈਗਾ। ਤੇ ਦੂਸਰਾ ਸਾਡੇ ਲਵੇ ਹੈਗਾ ਜਿਹੜਾ ਉਹ ਹੈ ਸਾਡੇ ਲਵੇ ਇੱਕ ਵਿਗਿਆਨਿਕ। ਠੀਕ ਹੈ ਜੀ। ਹੁਣ ਕਿਹੜੇ ਕਿਹੜੇ ਨੇ? ਜੇਕਰ ਮੈਂ ਪ੍ਰਾਕਿਰਤਿਕ ਸਰੋਤ ਦੀ ਗੱਲ ਕਰਾਂ, ਪ੍ਰਾਕਿਰਤਿਕ ਸਰੋਤ ਭਾਵ ਨੈਚੁਰਲ ਸਾਧਨ ਦੀ ਗੱਲ ਕਰਾਂ ਜਿਸ ਦੇ ਰਾਹੀਂ ਅਸੀਂ ਧਰਤੀ ਦੀ ਡੂੰਘਾਈ ਦਾ ਅੰਦਾਜ਼ਾ ਲਗਾ ਸਕਦੇ ਹਾਂ, ਤਾਂ ਉਹ ਕੀ ਹੈਗਾ? ਫਸਟ ਦੇਖੋ ਜੀ, ਜਵਾਲਾਮੁਖੀ ਦੇ ਰਾਹੀਂ। ਹੁਣ ਸਾਨੂੰ ਪਤਾ ਹੈਗਾ ਕਿ ਜਦੋਂ ਜਵਾਲਾਮੁਖੀ ਫੁੱਟਦੇ ਨੇਗੇ ਹਨਾ, ਤਾਂ ਜਵਾਲਾਮੁਖੀ ਦੇ ਤਾਪਮਾਨ ਨੂੰ ਚੈੱਕ ਕਰਕੇ ਅਸੀਂ ਧਰਤੀ ਦੀ ਡੂੰਘਾਈ ਦਾ ਅੰਦਾਜ਼ਾ ਲਗਾ ਸਕਦੇ ਹਾਂ। ਸੋ ਯਾਦ ਰੱਖੋਗੇ ਕਿ ਜਵਾਲਾਮੁਖੀ ਦੌਰਾਨ ਜਿਹੜੇ ਪਦਾਰਥ ਨਿਕਲਦੇ ਨੇਗੇ, ਜਵਾਲਾਮੁਖੀ ਦੌਰਾਨ ਜਿਹੜਾ ਲਾਵਾ ਨਿਕਲਦਾ ਹੈਗਾ ਉਸ ਦੀ ਘਣਤਾ ਨੂੰ ਤੇ ਉਸ ਦੇ ਟੈਂਪਰੇਚਰ ਨੂੰ। ਸੋ ਜਵਾਲਾਮੁਖੀ ਦੇ ਦੌਰਾਨ ਜਿਹੜਾ ਲਾਵਾ ਨਿਕਲਦਾ ਹੈਗਾ ਉਸ ਲਾਵਾ ਦੇ ਟੈਂਪਰੇਚਰ ਨੂੰ, ਭਾਵ ਤਾਪਮਾਨ ਨੂੰ ਤੇ ਘਣਤਾ ਨੂੰ ਅਸੀਂ ਕੀ ਕਹਿੰਦੇ ਜੀ? ਡੈਂਸਿਟੀ। ਉਸ ਦੀ ਡੈਂਸਿਟੀ ਦਾ ਅੰਦਾਜ਼ਾ ਲਗਾ ਕੇ ਅਸੀਂ ਧਰਤੀ ਦੀ ਡੂੰਘਾਈ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਐਗਜ਼ੈਕਟ ਪਤਾ ਕਰ ਸਕਦੇ ਹਾਂ, ਅਸੀਂ ਜਸਟ ਇੱਕ ਕੋਸ਼ਿਸ਼ ਕਰਦੇ ਹੈਗੇ। ਜਜਮੈਂਟ ਹੋ ਜਾਂਦੀ ਹੈ ਕਿ ਧਰਤੀ ਇੰਨੀ ਕੁ ਡੂੰਘਾਈ ਤੱਕ ਫੈਲੀ ਹੋਈ ਹੈਗੀ। ਠੀਕ ਹੈ ਜੀ। ਦੂਸਰਾ ਤਰੀਕਾ ਹੈਗਾ ਅਰਥਕੁਏਕ, ਜਿਹੜੇ ਭੂਚਾਲ ਆਉਂਦੇ ਨੇ ਹਨਾ, ਜਿਸ ਨੂੰ ਅਸੀਂ ਅਰਥਕੁਏਕ ਕਹਿੰਦੇ ਹੈਗੇ। ਭੂਚਾਲਾਂ ਦੇ ਰਾਹੀਂ, ਅਰਥਕੁਏਕਸ ਦੇ ਰਾਹੀਂ ਵੀ ਅਸੀਂ ਧਰਤੀ ਦੀ ਡੂੰਘਾਈ ਦਾ ਅੰਦਾਜ਼ਾ ਲਗਾ ਸਕਦੇ ਹਾਂ। ਕਿਵੇਂ ਜੀ? ਦੇਖੋ ਫਰੈਂਡ, ਤੁਸੀਂ ਇੱਥੇ ਹੀ ਯਾਦ ਰੱਖਣਾ ਕਿ ਜਦੋਂ ਵੀ ਭੂਚਾਲ ਆਉਂਦੇ ਨੇ ਤਾਂ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਵੇਵਸ ਨੇ ਹਨਾ, ਤਿੰਨ ਤਰ੍ਹਾਂ ਦੀਆਂ ਵੇਵਸ ਨੇ ਜਿਹੜੀਆਂ ਉਹ ਪੈਦਾ ਹੁੰਦੀਆਂ ਨੇ ਭੂਚਾਲ ਦੇ ਦੌਰਾਨ। ਤਿੰਨ ਤਰ੍ਹਾਂ ਦੀਆਂ ਵੇਵਸ ਪੈਦਾ ਹੋਣਗੀਆਂ। ਪਹਿਲੀ ਪ੍ਰਾਇਮਰੀ ਵੇਵਸ, ਦੂਸਰੀ ਹੁੰਦੀ ਆ ਸੈਕੰਡਰੀ, ਤੀਸਰੀ ਹੁੰਦੀ ਆ ਲੈਂਡ ਵੇਵ। ਸੋ ਇਸ ਨੂੰ ਸ਼ਾਰਟ ਦੇ ਵਿੱਚ P ਕਿਹਾ ਜਾਂਦਾ, ਇਸ ਨੂੰ S ਕਿਹਾ ਜਾਂਦਾ ਤੇ ਇਸ ਨੂੰ L ਕਿਹਾ ਜਾਂਦਾਗਾ। ਸੋ ਯਾਦ ਰੱਖਣਾ ਕਿ ਅਰਥਕੁਏਕ ਦੇ ਦੌਰਾਨ, ਭੂਚਾਲ ਦੇ ਦੌਰਾਨ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਵੇਵਸ ਨੇ ਉਹ ਪੈਦਾ ਹੁੰਦੀਆਂ ਨੇ, ਪ੍ਰਾਇਮਰੀ, ਸੈਕੰਡਰੀ ਤੇ ਲੈਂਡ ਵੇਵਸ। ਕਲੀਅਰ ਹੋ ਗਿਆ। ਤਾਂ ਇਹਨਾਂ 'ਚ ਫਰਕ ਕੀ ਆ? ਦੇਖੋ ਫਰੈਂਡ, ਧਰਤੀ ਦੀ ਸਤ੍ਹਾ ਦੇ ਉੱਪਰ ਸਭ ਤੋਂ ਪਹਿਲਾਂ, ਧਰਤੀ ਦੀ ਸਤ੍ਹਾ ਤੇ ਸਭ ਤੋਂ ਪਹਿਲਾਂ ਜਿਹੜੀਆਂ ਵੇਵਸ ਪਹੁੰਚਦੀਆਂ ਨੇ ਉਹਨਾਂ ਨੂੰ ਅਸੀਂ ਪ੍ਰਾਇਮਰੀ ਵੇਵਸ ਕਹਿੰਦੇ ਆਂਗੇ। ਧਰਤੀ ਦੀ ਸਤ੍ਹਾ ਤੇ ਜਿਹੜੀਆਂ ਵੇਵਸ ਪਹੁੰਚਦੀਆਂ ਨੇ ਉਹਨਾਂ ਨੂੰ ਅਸੀਂ ਪ੍ਰਾਇਮਰੀ ਵੇਵਸ ਕਹਿੰਦੇ ਆ। ਸੈਕੰਡਰੀ ਵੇਵਸ ਨੇ ਜਿਹੜੀਆਂ ਇਹ ਓਸ਼ਨ ਦੇ ਵਿੱਚ, ਭਾਵ ਮਹਾਸਾਗਰਾਂ ਦੇ ਵਿੱਚ ਹੀ ਖਤਮ ਹੋ ਜਾਂਦੀਆਂ ਨੇ, ਇਹ ਮਹਾਸਾਗਰਾਂ ਦੇ ਵਿੱਚ ਹੀ ਖਤਮ ਹੋ ਜਾਂਦੀਆਂ ਨੇ। ਤੇ ਲੈਂਡ ਵੇਵਸ ਕਿਹੜੀਆਂ ਹੈਗੀਆਂ? ਸਭ ਤੋਂ ਵੱਧ ਵਿਨਾਸ਼ਕਾਰੀ, ਜਿੰਨੀ ਵੀ ਤਬਾਹੀ ਹੁੰਦੀ ਆ, ਸਭ ਤੋਂ ਵੱਧ ਜਿਹੜੇ ਵਿਨਾਸ਼ਕਾਰੀ ਵੇਵਸ ਨੇ ਉਹ ਲੈਂਡ ਵੇਵਸ ਨੇ। ਕਹਿਣ ਦਾ ਮਤਲਬ ਇਹ ਆ, ਧਰਤੀ ਦੇ ਉੱਪਰ ਭੂਚਾਲ ਤੋਂ ਬਾਅਦ ਤੁਸੀਂ ਜਿੰਨੇ ਵੀ ਤਰ੍ਹਾਂ ਦੀ ਹਲਚਲ ਦੇਖਦੇ ਹੋ ਹਨਾ, ਜ਼ਮੀਨ ਦੇ ਵਿੱਚ ਦਰਾੜਾਂ ਪੈਣਾ, ਵੱਡੀਆਂ ਵੱਡੀਆਂ ਮੰਜ਼ਿਲਾਂ ਦਾ ਡਿੱਗ ਪੈਣਾ ਹਨਾ, ਇਹ ਸਾਰਾ ਕੁਝ ਕਿਸ ਕਾਰਨ ਹੁੰਦਾ? ਲੈਂਡ ਵੇਵ ਦੇ ਕਾਰਨ। ਸੋ ਥੋੜੀ ਜਿਹੀ ਐਕਸਟਰਾ ਨੌਲੇਜ ਸੀ ਜਿਸ ਨੂੰ ਤੁਸੀਂ ਯਾਦ ਰੱਖੋਗੇ ਕਿ ਜਿਹੜਾ ਭੂਚਾਲ ਹੈ ਉਸ ਦੇ ਨਾਲ ਵੀ ਧਰਤੀ ਦੀ ਸੰਰਚਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈਗੀ। ਠੀਕ ਹੈ ਜੀ। ਸੋ ਕਹਿੰਦਾ ਮਤਲਬ ਇਹ ਹੈਗਾ ਕਿ ਭੂਚਾਲ ਦੇ ਰਾਹੀਂ, ਠੀਕ ਹੈ, ਸਿਸਮੋਗ੍ਰਾਫ ਹੁੰਦੇ ਨੇ ਜਿਸ ਦੇ ਰਾਹੀਂ ਅੰਦਾਜ਼ਾ ਲਗਾਇਆ ਜਾ ਸਕਦਾ ਹੈਗਾ। ਠੀਕ ਹੈ ਜੀ। ਕਿਵੇਂ? ਹੁਣ ਇਹ ਜਿਹੜੀਆਂ ਵੇਵਸ ਨੇਗੀਆਂ ਇਹਨਾਂ ਦੀ ਸਪੀਡ ਚੈੱਕ ਕੀਤੀ ਜਾਂਦੀ ਆ, ਇਹਨਾਂ ਦੀ ਸਪੀਡ ਚੈੱਕ ਕੀਤੀ ਜਾਂਦੀ ਆ। ਹੁਣ ਜੀ ਜਵਾਲਾਮੁਖੀ 'ਚ ਸਾਨੂੰ ਦੱਸਿਆ ਜਦੋਂ ਜਵਾਲਾਮੁਖੀ ਫੁੱਟਦੇ ਨੇਗੇ ਤਾਂ ਜਿਹੜਾ ਲਾਵਾ ਨਿਕਲਦਾ ਹੈਗਾ, ਗਰਮ ਪਦਾਰਥ ਧਰਤੀ 'ਚੋਂ ਨਿਕਲਦਾ ਹੈਗਾ, ਉਸ ਦਾ ਟੈਂਪਰੇਚਰ ਚੈੱਕ ਕਰਕੇ, ਉਸ ਦੀ ਡੈਂਸਿਟੀ, ਘਣਤਾ ਚੈੱਕ ਕਰਕੇ ਅਸੀਂ ਧਰਤੀ ਦੀ ਡੂੰਘਾਈ ਦਾ ਅੰਦਾਜ਼ਾ ਲਗਾ ਸਕਦੇ ਹਾਂ। ਸੈਕੰਡ ਕੀ ਹੈਗਾ ਕਿ ਜਦੋਂ ਭੂਚਾਲ ਆਉਂਦੇ ਨੇ ਤਾਂ ਉਦੋਂ ਤਿੰਨ ਤਰ੍ਹਾਂ ਦੀਆਂ ਵੇਵਸ ਨਿਕਲਦੀਆਂ ਨੇ, ਪ੍ਰਾਇਮਰੀ, ਸੈਕੰਡਰੀ ਤੇ ਲੈਂਡ ਵੇਵਸ। ਤਾਂ ਇਹਨਾਂ ਦੀ ਅਸੀਂ ਸਪੀਡ ਪਤਾ ਕਰਕੇ, ਇਹਨਾਂ ਦੀ ਸਪੀਡ ਦੇ ਰਾਹੀਂ ਅਸੀਂ ਕੀ ਕਰ ਦਿਆਂਗੇ? ਧਰਤੀ ਦੀ ਡੂੰਘਾਈ ਦਾ ਅੰਦਾਜ਼ਾ ਲਗਾ ਸਕਦੇ ਹਾਂਗੇ। ਕਲੀਅਰ ਹੋ ਗਿਆ। ਤਾਂ ਫਰੈਂਡ ਨਾਲ ਹੀ ਤੁਸੀਂ ਯਾਦ ਰੱਖਣਾਗਾ ਕਿ ਜਦੋਂ ਅਸੀਂ ਧਰਤੀ ਦੀ ਸਤ੍ਹਾ ਦੇ ਅੰਦਰ ਜਾਂਦੇ ਹਾਂ ਨਾ, ਤਾਂ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਕਨਸਟੈਂਟਲੀ ਵਧਦੀਆਂ ਰਹਿੰਦੀਆਂ। ਪਹਿਲਾ ਕੀ ਹੈਗਾ? ਤਾਪਮਾਨ। ਜਿਵੇਂ ਜਿਵੇਂ ਅਸੀਂ ਨੀਚੇ ਜਾਵਾਂਗੇ ਤਾਂ ਧਰਤੀ ਦਾ ਤਾਪਮਾਨ ਵੱਧਦਾ
ਜਾਏਗਾ ਤੇ ਦੂਜਾ ਹੈਗਾ ਦਬਾਅ, ਜਿਸ ਨੂੰ ਅਸੀਂ ਕਹਿੰਦੇ ਆ ਪ੍ਰੈਸ਼ਰ। ਠੀਕ ਹੈ ਜੀ। ਸੋ ਯਾਦ ਰੱਖੋਗੇ ਕਿ 1 ਕਿਲੋਮੀਟਰ ਤੱਕ ਜਾਣ ਤੇ ਧਰਤੀ ਦਾ ਜਿਹੜਾ ਤਾਪਮਾਨ ਆ ਉਹ 25 ਡਿਗਰੀ ਸੈਲਸੀਅਸ ਤੱਕ ਵੱਧ ਜਾਂਦਾ ਹੈਗਾ। 1 ਡਿਗਰੀ ਸੈਲਸੀਅਸ 1 ਕਿਲੋਮੀਟਰ ਅੰਦਰ ਜਾਣ ਤੇ ਧਰਤੀ ਦਾ ਜਿਹੜਾ ਤਾਪਮਾਨ ਆ ਉਹ 25 ਡਿਗਰੀ ਸੈਲਸੀਅਸ ਤੱਕ ਵੱਧ ਜਾਂਦਾ ਹੈਗਾ। ਸੋ ਇਹ ਨੇ ਜਿਹੜੇ ਸਾਰੇ, ਇਹਦੇ ਵਿੱਚ ਦੋਨੋਂ ਤਰ੍ਹਾਂ ਦੇ ਸਰੋਤ ਆ ਗਏ। ਇੱਕ ਜਿਵੇਂ ਦੋਨੋਂ ਹੀ ਗੱਲ ਕਰਤੀ, ਪ੍ਰਕਿਰਤਿਕ ਵੀ ਕਹਿ ਸਕਦੇ ਹੋ ਤੇ ਇਸ ਨੂੰ ਵਿਗਿਆਨਿਕ ਸਰੋਤ ਵੀ ਕਹਿ ਸਕਦੇ ਹੋ। ਕਹਿੰਦਾ ਮਤਲਬ ਹੈਗਾ देखो ज्वालामुखी एक कुदरती तरीका है, ज्वालामुखी कुदरती है बट इस तो टेंपरेचर ते डेंसिटी का पता लगाना एक विज्ञानिक स्रोत हो गया। भूचाल भी कुदरती है बट ਜਿਹੜੀਆਂ वेव्स पैदा ਹੋਈਆਂ ਉਹਨਾਂ वेव्स ਦੀ ਸਪੀਡ ਪਤਾ ਕਰਕੇ ਅਸੀਂ ਅੰਦਾਜ਼ਾ ਲਗਾਉਣੇ ਆ ਕਿ ਇਹ ਜਿਹੜੀ ਧਰਤੀ ਦੀ ਡੂੰਘਾਈ ਆ ਉਹ ਕਿੰਨੀ ਹੈਗੀ। ਠੀਕ ਹੈ ਜੀ। ਕਿਉਂਕਿ ਜਿਵੇਂ ਜਿਵੇਂ ਅਸੀਂ ਡਾਊਨਵਰਡ ਜਾਵਾਂਗੇ ਪ੍ਰੈਸ਼ਰ ਵਧਦਾ ਜਾਏਗਾ, ਤਾਪਮਾਨ ਵਧਦਾ ਜਾਏਗਾ। ਸੋ ਜਿਹੜਾ ਲਾਵਾ ਬਾਹਰ ਨਿਕਲਿਆ ਜਦੋਂ ਤੁਸੀਂ ਉਸਦਾ ਟੈਂਪਰੇਚਰ ਚੈੱਕ ਕਰੋਗੇ, ਜਦੋਂ ਉਸਦੀ ਘਣਤਾ ਭਾਵ ਡੈਂਸਿਟੀ ਚੈੱਕ ਕਰਦੇ ਹੋ, ਦੈਨ ਇਨ ਕੇਸ ਕੀ ਹੋਏਗਾ, ਤੁਸੀਂ ਇੱਕ ਜਜਮੈਂਟ ਕਰ ਸਕਦੇ ਹੋਗੇ ਕਿ ਧਰਤੀ ਦੀ ਜਿਹੜੀ ਡੂੰਘਾਈ ਹੈ ਉਹ ਕਿੰਨੀ ਹੈ। ਕਲੀਅਰ ਜੀ। ਇਹ ਦੋ ਤਰੀਕੇ ਨੇ ਜਿਸ ਦੇ ਨਾਲ ਅਸੀਂ ਧਰਤੀ ਦੀ ਡੂੰਘਾਈ ਦਾ ਅੰਦਾਜ਼ਾ ਹੈ ਜਿਹੜਾ ਉਹ ਲਗਾਉਂਦੇ ਹਾਂ। ਕਲੀਅਰ ਹੋ ਗਿਆ। ਸੋ ਫਰੈਂਡ ਅੱਗੇ ਅਸੀਂ ਗੱਲ ਕਰਾਂਗੇ ਇੱਕ ਜੀਓਥਰਮਲ એનર્ਜੀ ਦੀ। ਜੀਓਥਰਮਲ એનર્ਜੀ ਕੀ ਹੈਗੀ? ਠੀਕ ਹੈ ਜੀ। ਜੀਓਥਰਮਲ એનર્ਜੀ ਕੀ ਹੈ? ਦੇਖੋ ਜੀਓ ਦਾ ਮਤਲਬ ਧਰਤੀ ਹੁੰਦਾ ਹੈ ਹਾਂ, ਜੀਓ ਥਰਮਲ એનર્ਜੀ। देखो जियो थर्मल एनर्जी भाव जियो का मतलब धरती के नीचे ਜਿਹੜੀ એનર્ਜੀ ਸਾਨੂੰ ਧਰਤੀ ਤੋਂ ਮਿਲੇ ਉਸ ਨੂੰ ਜਿਓ ਥਰਮਲ એનર્ਜੀ ਕਹਾਂਗੇ। ਹੁੰਦਾ ਕੀ ਆ, ਜਿਹੜੀਆਂ ਧਰਤੀ ਦੀਆਂ ਪਰਤਾਂ ਨੇ ਕਰਸਟ ਤੇ ਮੈਂਟਲ, ਧਰਤੀ ਦੀਆਂ ਉੱਪਰਲੀਆਂ ਦੋ ਪਰਤਾਂ ਕਰਸਟ ਤੇ ਮੈਂਟਲ, ਇਹ ਕੀ ਨੇ ਫਰੈਂਡ, ਜਦੋਂ ਇੱਕ ਦੂਸਰੇ ਦੇ ਉੱਪਰ ਮੂਵ ਕਰਦੀਆਂ ਨੇ, ਇੱਕ ਦੂਸਰੇ ਦੇ ਉੱਪਰ ਇਹ ਮੂਵ ਕਰਦੇ ਆ, ਕਹਿੰਦਾ ਮਤਲਬ ਇਹ ਪਰਤਾਂ ਇੱਕ ਦੂਸਰੇ ਉੱਪਰ ਇਸ ਤਰ੍ਹਾਂ ਰਗੜ ਖਾਂਦੀਆਂ ਨੇ, ਉਸ ਰਗੜ ਦੇ ਨਾਲ ਆ ਜਿਹੜਾ ਤਾਪਮਾਨ ਪੈਦਾ ਹੁੰਦਾਗਾ, ਟੈਂਪਰੇਚਰ ਵੱਧਦਾਗਾ। ਗੱਲ ਸਮਝ ਰਹੇ ਹੋ? ਇਸ ਟੈਂਪਰੇਚਰ ਦੇ ਨਾਲ ਅਸੀਂ ਕੀ ਕਰਦੇ ਹਾਂ ਕਿ ਜਿਹੜਾ ਪਾਣੀ ਆ, ਪਾਣੀ ਨੂੰ ਇਹਨਾਂ ਸਤਾਵਾਂ ਤੱਕ ਪਹੁੰਚਾਇਆ ਜਾਂਦਾਗਾ ਜਿੱਥੇ ਤਾਪਮਾਨ ਬਹੁਤ ਜ਼ਿਆਦਾ ਹੁੰਦਾਗਾ ਤੇ ਇਸ ਪਾਣੀ ਨੂੰ ਭਾਫ ਦੇ ਵਿੱਚ ਬਦਲ ਦਿੱਤਾ ਜਾਂਦਾਗਾ ਤੇ ਜਿਹੜੀ ਭਾਫ ਆ ਉਹ ਪ੍ਰੈਸ਼ਰ ਪੈਦਾ ਕਰਦੀ ਆ, ਹਨਾ। ਗੱਲ ਸਮਝੋ, ਜਿਹੜੀ ਭਾਫ ਆ ਉਹ ਪ੍ਰੈਸ਼ਰ ਪੈਦਾ ਕਰਦੀ ਆ ਤੇ ਉਸ ਪ੍ਰੈਸ਼ਰ ਦੇ ਨਾਲ, ਹਨਾ, ਉਸ ਪ੍ਰੈਸ਼ਰ ਦੇ ਨਾਲ ਕੀ ਹੁੰਦਾਗਾ ਕਿ ਅਸੀਂ ਟਰਬਾਈਨ ਵਗੈਰਾ ਚਲਾ ਕੇ ਬਿਜਲੀ ਪੈਦਾ ਕਰਦੇ ਹਾਂ। ਸੋ ਬਿਜਲੀ ਪੈਦਾ ਕਰਨ ਦਾ ਇੱਕ ਤਰੀਕਾ ਹੈਗਾ ਜਿਓਥਰਮਲ એનર્ਜੀ। ਸੋ ਯਾਦ ਰੱਖੋਗੇ ਕਿ ਕਰਸਟ ਤੇ ਮੈਂਟਲ ਇੱਕ ਦੂਜੇ ਦੇ ਉੱਪਰ ਜਦੋਂ ਮੂਵ ਕਰਦੀਆਂ ਨੇ, ਫ੍ਰਿਕਸ਼ਨ ਹੁੰਦੀ ਹੈ, ਰਗੜ ਪੈਦਾ ਹੁੰਦੀ ਹੈ, ਜਿਸ ਦੇ ਨਾਲ ਤਾਪਮਾਨ ਹੀਟ ਪੈਦਾ ਹੁੰਦੀ ਹੈਗੀ ਤੇ ਇਸ ਹੀਟ ਦੇ ਨਾਲ ਧਰਤੀ ਦੇ ਜਿਹੜਾ ਹੇਠਲਾ ਪਾਣੀ ਹੈਗਾ ਉਸ ਨੂੰ ਭਾਫ ਦੇ ਵਿੱਚ ਬਦਲ ਜਾਂਦਾ ਹੈਗਾ ਤੇ ਉਸ ਭਾਫ ਦੇ ਨਾਲ ਪ੍ਰੈਸ਼ਰ ਪੈਦਾ ਕੀਤਾ ਜਾਂਦਾ, ਸਟੀਮ ਬਣਦੀ ਹੈਗੀ ਜਿਸ ਦਾ ਪ੍ਰੈਸ਼ਰ ਬਣਦਾ ਹੈਗਾ ਤੇ ਇਸ ਸਟੀਮ એનર્ਜੀ ਦੇ ਨਾਲ ਅਸੀਂ ਕੀ ਹੈਗੇ ਕਿ ਕੋਈ ਵੀ ਵਰਕ ਕਰ ਸਕਦੇ ਹਾਂ। ਜਿਵੇਂ ਹੁਣ ਪਾਣੀ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈਗੀ, ਟਰਬਾਈਨ ਘੁਮਾਈ ਜਾਂਦੀ ਹੈ ਨਾ, ਉਸੇ ਤਰੀਕੇ ਹੀ ਇਸ ਪਾਣੀ ਤੋਂ ਜਿਹੜੀ ਭਾਫ ਬਣਦੀ ਹੈ ਉਸ ਭਾਫ ਦੇ ਨਾਲ ਟਰਬਾਈਨ ਘੁਮਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਸੋ ਜਿਓਥਰਮਲ એનર્ਜੀ ਧਰਤੀ ਦੀ ਸਰਚਨਾ ਦੇ ਕੇਸ ਵਿੱਚ ਇਸ ਬਾਰੇ ਪੜ੍ਹਨਾ ਜਿਹੜਾ ਉਹ ਜ਼ਰੂਰੀ ਸੀਗਾ। ਕਲੀਅਰ ਹੋ ਗਿਆ? ਸੋ ਜਿਓਥਰਮਲ એનર્ਜੀ ਬਾਰੇ ਵੀ ਤੁਹਾਨੂੰ ਇੱਥੇ ਜਾਣਨਾ ਬਹੁਤ ਜ਼ਰੂਰੀ ਸੀਗਾ। ਕਲੀਅਰ ਹੋ ਗਿਆ? ਫਰੈਂਡ ਭੂਚਾਲ ਬਾਰੇ ਥੋੜੀ ਜਿਹੀ ਮੈਂ ਹੋਰ ਗੱਲ ਕਰਨਾ, ਠੀਕ ਹੈ ਜੀ। ਹੁਣ ਇੱਥੇ ਹੈ ਕਿ ਦੇਖਿਓ, ਤੁਹਾਨੂੰ ਮੈਂ ਦੱਸਿਆ ਕਿ ਤਿੰਨ ਤਰ੍ਹਾਂ ਦੀਆਂ ਵੇਵਸ ਹੁੰਦੀਆਂ ਨੇ, ਪ੍ਰਾਇਮਰੀ, ਸੈਕੰਡਰੀ ਤੇ ਲੈਂਡ ਵੇਵਸ। ਦੋ ਪੁਆਇੰਟਾਂ ਨੂੰ ਜ਼ਰੂਰ ਯਾਦ ਰੱਖ ਲਓ। ਮੰਨ ਲਓ ਇਹ ਧਰਤੀ ਹੈਗੀ, ਇਹ ਧਰਤੀ ਆ, ਧਰਤੀ ਦਾ ਉਹ ਭਾਗ, ਧਰਤੀ ਦੇ ਹੇਠਾਂ ਦੀ ਗੱਲ ਕਰ ਰਹੇ ਹਾਂ ਜੀ, ਧਰਤੀ ਦੇ ਹੇਠਾਂ ਉਹ ਭਾਗ, ਠੀਕ ਹੈ ਜੀ, ਜਿੱਥੋਂ ਭੂਚਾਲ ਸ਼ੁਰੂ ਹੁੰਦਾ ਹੈਗਾ, ਜਿੱਥੋਂ ਅਰਥਕੁਏਕ ਸ਼ੁਰੂ ਹੁੰਦਾ ਹੈਗਾ ਉਹਨੂੰ ਸੈਸਮਿਕ ਸੈਂਟਰ ਕਿਹਾ ਜਾਂਦਾ ਹੈਗਾ। ਇਸ ਨੂੰ ਅਸੀਂ ਸੈਸਮਿਕ ਸੈਂਟਰ ਕਹਾਂਗੇ। ਪੰਜਾਬੀ ਦੇ ਵਿੱਚ ਇਸ ਨੂੰ ਉਦਗਮ ਕਿਹਾ ਜਾਂਦਾ। ਉਦਗਮ ਦਾ ਮਤਲਬ ਹੁੰਦਾ ਸ਼ੁਰੂਆਤ। ਕਹਿੰਦਾ ਮਤਲਬ ਇਹ ਹੈਗਾ ਕਿ ਮੈਂ ਇਹ ਧਰਤੀ ਹੈਗੀ, ਮੰਨ ਲਓ ਧਰਤੀ ਦੇ ਇਸ ਪੁਆਇੰਟ ਤੋਂ ਜਿਹੜਾ ਭੂਚਾਲ ਆ ਉਹ ਸ਼ੁਰੂ ਹੋਇਆ ਹੈਗਾ, ਧਰਤੀ ਦੇ ਹੇਠਾਂ ਇਸ ਪੁਆਇੰਟ ਤੋਂ ਭੂਚਾਲ ਸ਼ੁਰੂ ਹੋਇਆਗਾ ਤਾਂ ਇਸ ਨੂੰ ਅਸੀਂ ਸੈਸਮਿਕ ਸੈਂਟਰ ਕਹਾਂਗੇ। ਇਸ ਨੂੰ ਅਸੀਂ ਸੈਸਮਿਕ ਸੈਂਟਰ ਕਹਾਂਗੇ ਤੇ ਇਹ ਜਿਹੜੀਆਂ ਭੂਚਾਲ ਦੀਆਂ ਵੇਵਸ ਨੇ ਇਹ ਉੱਪਰ ਜਾਣਗੀਆਂ ਤਾਂ ਧਰਤੀ ਦੀ ਸਤ੍ਹਾ ਦੇ ਉੱਪਰ, ਇੱਥੋਂ ਭੂਚਾਲ ਸ਼ੁਰੂ ਹੋਇਆ ਤੇ ਧਰਤੀ ਦੀ ਸਤ੍ਹਾ ਤੇ ਪਹੁੰਚੀਆਂ, ਇੱਥੇ ਦਾ ਪਹਿਲਾ ਇਫੈਕਟ ਵੇਖਣ ਨੂੰ ਮਿਲੇਗਾ। ਤਾਂ ਸਭ ਤੋਂ ਪਹਿਲਾਂ ਜਿੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਨੇ ਉਸ ਨੂੰ ਐਪੀ ਸੈਂਟਰ ਕਿਹਾ ਜਾਂਦਾ ਹੈਗਾ, ਉਸ ਨੂੰ ਐਪੀ ਸੈਂਟਰ ਕਿਹਾ ਜਾਂਦਾ ਹੈਗਾ ਤੇ ਪੰਜਾਬੀ ਚ ਇਹਨੂੰ ਅਧਿ ਕੇਂਦਰ ਕਿਹਾ ਜਾਂਦਾ ਹੈਗਾ। ਗੱਲ ਸਮਝੋ? ਸੋ ਇਸ ਪੁਆਇੰਟ ਤੋਂ
ਇਸ ਪੁਆਇੰਟ ਤੇ ਸਭ ਤੋਂ ਵੱਧ ਜਿਹੜੇ ਭੂਚਾਲ ਦਾ ਨੁਕਸਾਨ ਆ, ਭੂਚਾਲ ਨੇ ਜਿਹੜਾ ਨੁਕਸਾਨ ਕਰਨਾ, ਅਰਥਕੁਏਕ ਦੇ ਕਾਰਨ ਜਿਹੜਾ ਨੁਕਸਾਨ ਹੋਏਗਾ ਉਹ ਸਭ ਤੋਂ ਪਹਿਲਾਂ ਇੱਥੇ ਸਭ ਤੋਂ ਜ਼ਿਆਦਾ ਹੋਏਗਾ। ਫਿਰ ਜਿਵੇਂ ਜਿਵੇਂ ਇਸ ਤੋਂ ਦੂਰ ਹੁੰਦੇ ਜਾਓਗੇ ਤਾਂ ਜਿਹੜਾ ਇਸ ਭੂਚਾਲ ਦਾ ਇਫੈਕਟ ਹੈਗਾ, ਜਿਹੜਾ ਇਸ ਨੂੰ ਨੁਕਸਾਨ ਕਰਨਾਗਾ, ਉਹ ਘਟਦਾ ਜਾਏਗਾ। ਤੁਸੀਂ ਕੀ ਯਾਦ ਰੱਖਣਾ, ਤੁਸੀਂ 2 ਪੁਆਇੰਟ ਹੀ ਯਾਦ ਰੱਖਣੇ ਨੇ। ਇੱਕ ਹੈਗਾ ਸੈਸਮਿਕ ਸੈਂਟਰ, ਦੂਜਾ ਹੈਗਾ ਐਪੀ ਸੈਂਟਰ। ਧਰਤੀ ਦੇ ਹੇਠਾਂ ਉਹ ਪੁਆਇੰਟ ਜਿੱਥੇ ਭੂਚਾਲ ਸ਼ੁਰੂ ਹੁੰਦਾ ਧਰਤੀ ਦੇ ਹੇਠਾਂ, ਠੀਕ ਹੈ, ਧਰਤੀ ਦੇ ਅੰਦਰ ਉਹ ਪੁਆਇੰਟ ਜਿੱਥੋਂ ਭੂਚਾਲ ਸ਼ੁਰੂ ਹੁੰਦਾਗਾ ਉਸ ਨੂੰ ਅਸੀਂ ਸੈਸਮਿਕ ਸੈਂਟਰ ਕਹਾਂਗੇ। ਬਟ ਉੱਥੋਂ ਲੈ ਕੇ ਧਰਤੀ ਦੀ ਸਤ੍ਹਾ ਤੇ ਜਦੋਂ ਭੂਚਾਲ ਪਹੁੰਚਦਾਗਾ, ਅਰਥਕੁਏਕ ਪਹੁੰਚਦਾਗਾ, ਤੇ ਜਿੱਥੇ ਸਭ ਤੋਂ ਪਹਿਲਾਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਨੇਗੇ ਉਸ ਨੂੰ ਅਸੀਂ ਐਪੀ ਸੈਂਟਰ ਕਹਿੰਦੇ ਆ। ਤੁਸੀਂ ਕਈ ਵਾਰ ਨਿਊਜ਼ ਸੁਣਦੇ ਹੋਗੇ ਤਾਂ ਨਿਊਜ਼ ਦੇ ਵਿੱਚ ਕਿਹਾ ਜਾਂਦਾਗਾ ਕਿ ਜਿਹੜਾ ਭੂਚਾਲ ਦਾ ਕੇਂਦਰ ਹੈਗਾ, ਜਿਵੇਂ ਉਹ ਪਾਕਿਸਤਾਨ ਦਾ ਸਿਆਲਕੋਟ ਰਿਹਾ ਹਨਾ, ਜਾਂ ਫਿਰ ਭਾਰਤ ਦਾ ਹੈਦਰਾਬਾਦ ਰਿਹਾ, ਤਾਂ ਇਹ ਕਿਹੜੇ ਸੈਂਟਰ ਦੀ ਗੱਲ ਕਰਦੇ ਨੇ? ਇਹ ਐਪੀ ਸੈਂਟਰ ਦੀ ਗੱਲ ਕਰਦੇ ਨੇ, ਜਿੱਥੋਂ ਭੂਚਾਲ ਸ਼ੁਰੂ ਹੋਇਆ। ਤੇ ਜਿਹੜਾ ਸੈਂਟਰ ਹੋਏਗਾ ਉੱਥੋਂ ਹੀ ਤੁਹਾਨੂੰ ਸਭ ਤੋਂ ਵੱਧ ਤਬਾਹੀ ਹੈ ਜਿਹੜੀ ਭੂਚਾਲ ਦੇ ਕਾਰਨ ਉਹ ਵੇਖਣ ਨੂੰ ਮਿਲੇਗੀ। ਸੋ ਉਮੀਦ ਹੈ ਜੀ ਤੁਹਾਨੂੰ ਇਹ ਗੱਲਾਂ ਬਾਰੇ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਵੇਗਾ। ਠੀਕ ਹੈ ਜੀ। ਦੈਨ ਫਰੈਂਡ, ਹੁਣ ਨੈਕਸਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੁਹਾਡੇ ਲਈ ਧਰਤੀ ਦੀਆਂ ਵੱਖ-ਵੱਖ ਸਤਹਾਂ ਦੇ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ। ਦੇਖੋ ਫਰੈਂਡ, ਜੇਕਰ ਅਸੀਂ ਧਰਤੀ ਨੂੰ ਇਸ ਐਂਗਲ ਤੋਂ ਦੇਖੀਏ ਤਾਂ ਤੁਹਾਨੂੰ ਮੈਂ ਦੱਸਿਆਗਾ ਕਿ ਧਰਤੀ ਦੀਆਂ 3 ਪਰਤਾਂ ਨੇ ਹਨਾ। ਪਹਿਲੀ ਹੈਗੀ ਆ ਕੋਰ, ਜਿਹੜੀ ਬਿਲਕੁਲ ਸੈਂਟਰ ਦੇ ਵਿੱਚ ਆ। ਜਿਹੜੀ ਉਸ ਤੋਂ ਬਾਅਦ ਆ ਉਸ ਨੂੰ ਅਸੀਂ ਮੈਂਟਲ ਕਹਿੰਦੇ ਆਂਗੇ, ਤੇ ਜਿਹੜੀ ਥਰਡ ਵਾਲੀ ਬਾਹਰ ਆ ਉਸ ਨੂੰ ਅਸੀਂ ਕਰਸਟ ਕਹਿੰਦੇ ਆਂਗੇ। ਮੈਂ ਇਹਨਾਂ ਤਿੰਨਾਂ ਦੀ ਹੀ ਗੱਲ ਕਰਾਂਗਾ, ਠੀਕ ਹੈ ਜੀ। ਤਾਂ ਇਸ ਨੂੰ ਮੈਂ ਥੋੜਾ ਜਿਹਾ ਇਸ ਸਾਈਡ ਤੋਂ ਬਣਾਉਣਾਗਾ, ਡੂੰਘਾਈ ਦੇ ਟਾਈਪ ਚ ਬਣਾਉਣਾਗਾ ਤਾਂ ਜੋ ਤੁਹਾਨੂੰ ਸਮਝਣਾ ਥੋੜਾ ਜਿਹਾ ਈਜ਼ੀ ਹੋ ਜਾਵੇ ਹਨਾ। ਠੀਕ ਹੈ ਜੀ। ਹੁਣ ਦੇਖੋ ਫਰੈਂਡ, ਹੈ ਕਿ ਜਿਹੜੀ ਧਰਤੀ ਦੀ ਸਭ ਤੋਂ ਅੰਦਰ ਵਾਲੀ ਪਰਤ ਆ, ਆਹ ਵਾਲੀ ਪਰਤ ਹੈਗੀ, ਇਸ ਨੂੰ ਅਸੀਂ ਕੋਰ ਕਹਿੰਦੇ ਆਂਗੇ। ਆਹ ਵਾਲੀ ਆ, ਮੈਨੇ ਇਹਦਾ ਇਹ ਵਾਲਾ ਪਾਰਟ ਆ ਜਿਹੜਾ ਤੁਹਾਨੂੰ ਮੈਂ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਠੀਕ ਹੈ ਜੀ। ਜਿਹੜੀ ਬਿਲਕੁਲ ਸੈਂਟਰ ਦੇ ਵਿੱਚ ਆ ਉਸ ਨੂੰ ਅਸੀਂ ਕੋਰ ਕਹਾਂਗੇ। ਜਿਹੜੀ ਇਹ ਵਾਲੀ ਪਰਤ ਆ ਇਸ ਨੂੰ ਅਸੀਂ ਮੈਂਟਲ ਕਹਾਂਗੇ, ਤੇ ਜਿਹੜੀ ਸਭ ਤੋਂ ਬਾਹਰ ਹੈਗੀ ਇਸ ਨੂੰ ਅਸੀਂ ਕਰਸਟ ਕਹਾਂਗੇ। ਕਲੀਅਰ ਹੋ ਗਿਆ? ਇਹ 3 ਪਰਤਾਂ ਨੇ। ਉਹਨਾਂ ਇਹਨਾਂ ਪਰਤਾਂ ਦੀ ਅਸੀਂ ਡਿਟੇਲ ਜਾਣਕਾਰੀ ਲੈਣੀ ਹੈ। ਪਹਿਲੀ ਗੱਲ ਤਾਂ ਫਰੈਂਡ, ਜੇਕਰ ਮੈਂ ਕਰਸਟ ਦੀ ਗੱਲ ਕਰਾਂ, ਸਭ ਤੋਂ ਪਹਿਲਾਂ ਮੈਂ ਕਰਸਟ ਦੀ ਗੱਲ ਕਰਦਾ, ਫਿਰ ਸੈਕੰਡ ਮੈਂਟਲ ਦੀ ਗੱਲ ਕਰਾਂਗੇ, ਤੇ ਥਰਡ ਮੈਂ ਕੋਰ ਦੀ ਗੱਲ ਕਰਾਂਗਾ। ਜੇਕਰ ਮੈਂ ਕਰਸਟ ਦੀ ਗੱਲ ਕਰਾਂ ਤਾਂ ਜਿਹੜੀ ਸਭ ਤੋਂ ਬਾਹਰੀ ਪਰਤ ਹੈਗੀ, ਉਸ ਨੂੰ ਅਸੀਂ ਕਰਸਟ ਕਹਿੰਦੇ ਆ। ਠੀਕ ਹੈ ਜੀ। ਸਭ ਤੋਂ ਬਾਹਰੀ ਪਰਤ ਨੂੰ ਅਸੀਂ ਕਰਸਟ ਕਹਿੰਦੇ ਆ, ਪਹਿਲੀ ਗੱਲ ਤਾਂ। ਦੂਸਰੀ ਗੱਲ, ਇਹ ਸਭ ਤੋਂ ਪਤਲੀ ਪਰਤ ਹੁੰਦੀ ਹੈਗੀ। ਜੇਕਰ ਮੈਂ ਤਿੰਨਾਂ ਦੇ ਵਿੱਚ ਕੰਪੇਅਰ ਕਰਾਂ ਤਾਂ ਜਿਹੜੀ ਸਭ ਤੋਂ ਪਤਲੀ ਪਰਤ ਹੈ ਜੀ ਉਹ ਸਾਡੇ ਲਵੇ ਕਰਸਟ ਹੀ ਹੋਏਗੀ। ਜੇਕਰ ਥਰਡ ਪਾਰਟ ਦੀ ਗੱਲ ਕਰਾਂ, ਠੀਕ ਹੈ ਜੀ, ਇਸ ਨੂੰ ਪੰਜਾਬੀ ਦੇ ਵਿੱਚ ਪੇਪੜੀ ਵੀ ਕਿਹਾ ਜਾਂਦਾਗਾ, ਕਰਸਟ ਕਿਹਾ ਜਾਂਦਾ, ਪੇਪੜੀ ਕਿਹਾ ਜਾਂਦਾਗਾ। ਤੇ ਪੌਦਿਆਂ ਦੇ ਵਾਧੇ ਦੇ ਵਿਕਾਸ ਦੇ ਲਈ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਜਿੰਨੇ ਵੀ ਪੌਦੇ ਉਗਦੇ ਨੇਗੇ ਉਹ ਧਰਤੀ ਦੀ ਪੇਪੜੀ ਤੇ ਹੀ ਉਗਦੇ ਨੇ। ਸੋ ਕਹਿਣਾ ਮਤਲਬ ਕਿ ਜਿੰਨੇ ਵੀ ਜ਼ਰੂਰੀ ਪੋਸ਼ਕ ਤੱਤ ਨੇ, ਜਿੰਨੇ ਵੀ ਪੌਦਿਆਂ ਵਾਸਤੇ ਜ਼ਰੂਰੀ ਪੋਸ਼ਕ ਤੱਤ ਨੇ ਉਹ ਕਰਸਟ ਦੇ ਵਿੱਚ ਹੀ ਪਾਏ ਜਾਂਦੇ ਨੇ। ਠੀਕ ਹੈ ਜੀ। ਤੇ ਇਸੇ ਕਰਕੇ ਫਰੈਂਡ ਤੁਸੀਂ ਇਸ ਨੂੰ ਸ਼ੋਰ ਦੇ ਵਿੱਚ ਮਿੱਟੀ ਵੀ ਕਹਿ ਸਕਦੇ ਹੋ। ਗੱਲ ਸਮਝੋ, ਇਸ ਨੂੰ ਮਿੱਟੀ ਵੀ ਕਹਿ ਸਕਦੇ ਹੋ ਜਾਂ ਮਿੱਟੀ ਵੀ ਕਿਹਾ ਜਾਂਦਾ ਹੈਗਾ। ਸੋ ਕਰਸਟ ਨੂੰ ਹੀ ਅਸੀਂ ਮਿੱਟੀ ਕਹਿੰਦੇ ਆ। ਉੱਪਰਲੀ ਭਾਗ ਆ ਜਿੱਥੇ ਪੌਦੇ ਉੱਗਦੇ ਨੇਗੇ, ਸਾਰੇ ਪੋਸ਼ਕ ਤੱਤ ਇਸ ਵਿੱਚ ਮੌਜੂਦ ਹੁੰਦੇ ਨੇ। ਠੀਕ ਹੈ ਜੀ। ਤੇ ਫਰੈਂਡ ਇਹ ਜਿਹੜੀ ਕਰਸਟ ਦੀ ਮੋਟਾਈ ਹੈ ਨਾ, ਇਹ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਹੋਏਗੀ। ਫੋਰ ਐਗਜ਼ਾਮਪਲ, ਇਹ ਬਾਹਰੀ ਪਰਤ ਹੈਗੀ, ਮੰਨ ਲਓ ਇਹ ਸਾਡੀ ਬਾਹਰੀ ਪਰਤ ਹੈਗੀ ਹੈਨਾ, ਇਹ ਬਾਹਰੀ ਪਰਤ ਹੈਗੀ। ਹੁਣ ਜਿੱਥੇ ਮੈਦਾਨ ਪੱਧਰਾ ਹੈਗਾ ਉੱਥੇ ਤਾਂ ਪਤਲੀ ਹੋਏਗੀ, ਬਟ ਜਿੱਥੇ ਮੀਨਸ ਪਹਾੜੀ ਇਲਾਕਾ ਆ ਗਿਆ ਤਾਂ ਉੱਥੇ ਜਿਹੜੀ ਕਰਸਟ ਹੈਗੀ, ਆ ਦੇਖੋ ਉੱਥੇ ਜਿਹੜੀ ਕਰਸਟ ਆ, ਇਹ ਜਿਹੜੀ ਮੋਟਾਈ ਆ ਉਹ ਵੱਧਦੀ ਜਾਏਗੀ। ਸੋ ਕਹਿੰਦਾ ਮਤਲਬ ਇਹਦੀ ਮੋਟਾਈ ਆ ਜਿਹੜੀ ਉਹ ਤੁਹਾਨੂੰ ਧਰਤੀ ਦੀ ਸਤ੍ਹਾ ਤੇ ਵੱਖ-ਵੱਖ ਵੇਖਣ ਨੂੰ ਮਿਲ ਜਾਏਗੀ। ਬਟ ਜੇਕਰ ਇੱਕ ਓਵਰ ਆਲ ਤੁਹਾਨੂੰ ਇਸ ਦੀ ਕਰਸਟ ਦੀ ਮੋਟਾਈ ਬਾਰੇ ਦੱਸਾਂ ਤਾਂ ਫਰੈਂਡ ਯਾਦ ਰੱਖੋਗੇ ਇਹ 100 ਤੋਂ ਲੈ ਕੇ 30 ਤੋਂ ਲੈ ਕੇ 100 ਤੁਸੀਂ ਯਾਦ ਰੱਖੋਗੇ ਕਿ 0 ਤੋਂ ਲੈ ਕੇ 30 ਕਿਲੋਮੀਟਰ ਤੱਕ ਦੀ ਇਸ ਦੀ ਮੋਟਾਈ ਹੈ ਜੀ। 0 ਤੋਂ ਲੈ ਕੇ, ਸੋ ਤੁਸੀਂ ਯਾਦ ਰੱਖ ਸਕਦੇ ਹੋ ਕਿ ਇਹ ਵਾਲੀ ਜਿਹੜੀ ਮੈਕਸਿਮਮ ਆ ਤੁਹਾਨੂੰ 30 ਕਿਲੋਮੀਟਰ
ਦੀ ਮਿਲੇਗੀ। 30 ਕਿਲੋਮੀटर ਦਾ ਇਹ ਏਰੀਆ ਤੁਹਾਨੂੰ ਮਿਲੇਗਾ ਕਰਸਟ ਦਾ, ਬਟ ਇਹ ਫਿਕਸ ਨਹੀਂ ਹੈ ਕਿਉਂਕਿ ਜਿੱਥੇ ਪਹਾੜੀ ਏਰੀਆ ਆ ਗਿਆ ਉੱਥੇ ਇਸ ਦੀ ਮੋਟਾਈ ਜਿਹੜੀ ਉਹ ਵੱਧ ਜਾਂਦੀ ਹੈਗੀ। ਮਹਾਸਾਗਰਾਂ ਮਹਾਦੀਪਾਂ ਦੇ ਵਿੱਚ ਇਹਨਾਂ ਦੀ ਜਿਹੜੀ ਮੋਟਾਈ ਆ ਉਹ ਵੱਖਰੀ ਵੱਖਰੀ ਹੋਵੇਗੀ। ਕਲੀਅਰ। ਸਭ ਤੋਂ ਮੇਨ ਜਿਹੜੀ ਗੱਲ ਤੁਸੀਂ ਯਾਦ ਰੱਖਣੀ ਆ, ਇਸ ਨੂੰ ਸਿਆਲ ਕਹਿੰਦੇ ਆ ਜੀ, ਇਸ ਨੂੰ ਸਿਆਲ ਕਹਿੰਦੇ ਆ ਜੀ। ਕੀ ਕਹਿੰਦੇ ਜੀ? ਇਸ ਨੂੰ ਸਿਆਲ। ਯਾਦ ਰੱਖ ਲਿਓ ਕਿਉਂ ਕਹਿੰਦੇ ਆ, ਕਿਉਂ ਕਹਿੰਦੇ ਇਸ ਨੂੰ ਸਿਆਲ? ਐਸਾ ਹੀ ਹੁੰਦਾ ਜੀ ਸਿਲੀਕਨ, ਐਸਾ ਹੀ ਹੁੰਦਾਗਾ ਸਿਲੀਕਨ, ਤੇ ਇਹ ਹੁੰਦਾ ਜੀ ਐਲੂਮੀਨੀਅਮ। ਠੀਕ ਹੈ ਜੀ, ਸਿਲੀਕਨ ਪਲਸ ਐਲੂਮੀਨੀਅਮ। ਸੋ ਸਿਲੀਕਨ ਪਲਸ ਐਲੂਮੀਨੀਅਮ ਦੀ ਪਰਤ ਆ ਜਿਹੜੀ ਤੁਹਾਨੂੰ ਇਸ ਪਰਤ ਦੇ ਵਿੱਚ ਸਭ ਤੋਂ ਉੱਪਰਲੀ ਪਰਤ ਆ ਜਿਹੜੀ, ਇੱਥੇ ਤੁਹਾਨੂੰ ਸਿਲੀਕਨ ਤੇ ਐਲੂਮੀਨੀਅਮ ਦੀਆਂ ਜਿਹੜੀਆਂ ਕਹਿੰਦੇ ਆਪਾਂ ਖਣਿਜ ਆ ਜਿਹੜਾ ਧਾਤਾਂ ਨੇ ਜਿਹੜੀਆਂ ਇਹ ਤੁਹਾਨੂੰ ਇੱਥੇ ਦੇਖਣ ਨੂੰ ਮਿਲਦੀਆਂ ਨੇਗੀਆਂ। ਸੋ ਕਹਿੰਦਾ ਮਤਲਬ ਇਹ ਹੈਗਾ ਕਿ ਜਿਹੜੀ ਸਿਆਲ ਆ ਇਹ ਸਿਲੀਕਨ ਤੇ ਐਲੂਮੀਨੀਅਮ ਤੱਤਾਂ ਤੋਂ ਮਿਲ ਕੇ ਬਣੀ ਆ, ਇਸੇ ਕਰਕੇ ਇਸ ਨੂੰ ਸਿਆਲ ਕਿਹਾ ਜਾਂਦਾਗਾ ਤੇ ਇਸੇ ਨੂੰ ਹੀ ਲਿਥੋਸਫੀਅਰ ਕਿਹਾ ਜਾਂਦਾਗਾ, ਇਸੇ ਨੂੰ ਹੀ ਲਿਥੋਸਫੀਅਰ ਕਿਹਾ ਜਾਂਦਾਗਾ। ਠੀਕ ਹੈ, ਦੇਖੋ ਕਿੰਨੀ ਜਾਣਕਾਰੀ ਹੈ ਜੋ ਤੁਹਾਨੂੰ ਤੁਸੀਂ ਬੋਰਡ ਦੇ ਉੱਪਰ ਦੇਖ ਰਹੇ ਹੋ। ਯਾਦ ਰੱਖਣਾ ਕਿ ਇਸੇ ਨੂੰ ਅਸੀਂ ਸਿਆਲ ਕਹਿੰਦੇ ਆ। ਸਿਆਲ ਤਾਂ ਕਿਹਾ ਜਾਂਦਾ ਕਿਉਂਕਿ ਸਿਲੀਕਨ ਤੇ ਐਲੂਮੀਨੀਅਮ ਦੀ ਮਿਲ ਕੇ ਬਣੀ ਹੁੰਦੀ ਹੈ ਜੀ। ਕਲੀਅਰ ਹੋ ਗਿਆ। ਤੇ ਜੇਕਰ ਤੁਹਾਡੇ ਤੋਂ ਕਰਸਟ ਦੀ ਡੈਂਸਿਟੀ ਪੁੱਛੀ ਜਾਵੇ, ਘਣਤਾ ਪੁੱਛੀ ਜਾਵੇ ਤਾਂ ਤੁਸੀਂ ਕਹੋਗੇ 3 ਤੋਂ ਲੈ ਕੇ 3.5 ਗ੍ਰਾਮ ਪਰ ਸੈਂਟੀਮੀਟਰ ਕਿਊਬ ਇਸ ਦੀ ਘਣਤਾ ਹੁੰਦੀ ਹੈ ਜੀ, ਇਸ ਦੀ ਜਿਹੜੀ ਡੈਂਸਿਟੀ ਆ ਉਹ ਹੁੰਦੀ ਹੈ। ਕਲੀਅਰ ਹੋ ਗਿਆ ਜੀ। ਸੋ ਫਰੈਂਡ ਉਮੀਦ ਹੈ ਕਿ ਤੁਹਾਨੂੰ ਇਹ ਕਰਸਟ ਬਾਰੇ ਸਾਰਾ ਕੁਝ ਕਲੀਅਰ ਹੋਇਆ ਹੋਵੇਗਾ। ਜਿਹੜੀ ਸਭ ਤੋਂ ਬਾਹਰੀ ਪਰਤ ਇਸ ਨੂੰ ਕਰਸਟ ਕਹਿੰਦੇ ਆ, ਇਸ ਦੀ ਜਿਹੜੀ ਮੋਟਾਈ ਆ 0 ਤੋਂ 30 ਕਿਲੋਮੀਟਰ ਹੁੰਦੀ ਆ, ਬਟ ਵੱਖ-ਵੱਖ ਜਗ੍ਹਾ ਤੇ ਇਸ ਦੀ ਮੋਟਾਈ ਚੇਂਜ ਹੁੰਦੀ ਰਹੇਗੀ। ਪਹਾੜੀ ਇਲਾਕਿਆਂ ਦੇ ਵਿੱਚ, ਮਹਾਦੀਪਾਂ ਦੇ ਵਿੱਚ ਇਸ ਦੀ ਮੋਟਾਈ ਜਿਹੜੀ ਉਹ ਵਧੇਗੀ। ਸਭ ਤੋਂ ਪਤਲੀ ਪਰਤ ਹੈ ਜੀ, ਬਾਕੀਆਂ ਦਾ ਜਦੋਂ ਕੰਪੈਰੀਜ਼ਨ ਕਰਾਂਗੇ ਇਹ ਬਹੁਤ ਜ਼ਿਆਦਾ ਮੋਟੀਆਂ ਨੇਗੀਆਂ, ਇਹ ਸਿਰਫ 30 ਕਿਲੋਮੀਟਰ ਤੱਕ ਫੈਲੀ ਹੋਈ ਆ। ਇਸ ਨੂੰ ਪੇਪੜੀ ਵੀ ਕਹਿੰਦੇ ਆ। ਬਾਹਰੀ ਪਰਤਾਂ ਪੌਦਿਆਂ ਦੇ ਵਾਧੇ ਤੇ ਵਿਕਾਸ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਇਹੀ ਹੁੰਦੀ ਆ। ਇਸ ਵਿੱਚ ਸਾਰੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਨੇ, ਇਸੇ ਕਰਕੇ ਇਸ ਨੂੰ ਅਸੀਂ ਮਿੱਟੀ ਕਹਿੰਦੇ। ਮੋਟਾਈ ਵੱਖ-ਵੱਖ ਹੋਏਗੀ ਤੇ ਇਸ ਨੂੰ ਅਸੀਂ ਸਿਆਲ ਕਹਿੰਦੇ ਆ ਕਿਉਂਕਿ ਸਿਲੀਕਨ ਤੇ ਐਲੂਮੀਨੀਅਮ ਤੋਂ ਮਿਲ ਕੇ ਬਣੀ ਹੁੰਦੀ ਆ, ਐਂਡ ਪਲੱਸ ਇਸੇ ਨੂੰ ਹੀ ਅਸੀਂ ਲਿਥੋਸਫੀਅਰ ਕਿਹਾ ਜਾਂਦਾਗਾ। ਸੋ ਉਮੀਦ ਹੈ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਇਹ ਸਾਰਾ ਕੁਝ ਤੁਸੀਂ ਯਾਦ ਰੱਖਣਾ ਤੇ ਇਸ ਦੀ ਘਣਤਾ 3 ਤੋਂ ਲੈ ਕੇ 3.5 ਗ੍ਰਾਮ ਪਰ ਸੈਂਟੀਮੀਟਰ ਕਿਊਬ ਹੋਏਗੀ। ਕਲੀਅਰ ਹੋ ਗਿਆ ਜੀ। ਸੋ ਧਰਤੀ ਦੀ ਸੰਰਚਨਾ ਦੇ ਵਿੱਚ ਅਗਲੀ ਆਪਾਂ ਸੈਕਿੰਡ ਗੱਲ ਕਰਦੇ ਹਾਂ ਜੀ ਮੈਂਟਲ ਦੀ। ਠੀਕ ਹੈ ਜੀ, ਸੈਕਿੰਡ ਪਰਤ ਦੀ ਗੱਲ ਕਰਦੇ ਹਾਂ। ਧਰਤੀ ਜਿਹੜੀ ਦੂਸਰੀ ਪਰਤ ਆ ਜੀ ਉਸ ਨੂੰ ਅਸੀਂ ਕੀ ਕਹਿੰਦੇ ਆ? ਮੈਂਟਲ। ਫਰੈਂਡ ਯਾਦ ਰੱਖੋਗੇ ਕਿ ਸਭ ਤੋਂ ਵੱਧ ਤਿੰਨਾਂ ਪਰਤਾਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਪਰਤ ਹੈਗੀ, ਸਭ ਤੋਂ ਮੋਟੀ ਪਰਤ ਆ ਜਾਂ ਸਭ ਤੋਂ ਵੱਧ ਏਰੀਆ ਹੈਗਾ ਉਹ ਮੈਂਟਲ ਕੋਲੇ ਹੀ ਹੁੰਦਾਗਾ। ਠੀਕ ਹੈ ਜੀ। ਹੁਣ ਕਹਿੰਦਾ ਮਤਲਬ ਇਹ ਹੈਗਾ ਕਿ ਇਹ ਧਰਤੀ ਦੀ ਵਿਚਕਾਰਲੀ ਪਰਤ ਹੈ ਨਾ। ਸਭ ਤੋਂ ਪਹਿਲਾਂ ਤਾਂ ਇਹ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ ਇਹ ਧਰਤੀ ਦੀ ਵਿਚਕਾਰਲੀ ਪਰਤ ਸੈਂਟਰ ਵਾਲੀ ਪਰਤ ਹੈਗੀ ਤੇ ਇਹਦੀ ਜਿਹੜੀ ਮੋਟਾਈ ਆ ਫਰੈਂਡ ਉਹ 30 ਕਿਲੋਮੀਟਰ ਤੋਂ ਲੈ ਕੇ 2900 ਕਿਲੋਮੀਟਰ ਤੱਕ ਹੈ। ਕਲੀਅਰ ਹੋ ਗਿਆ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਜ਼ਿਆਦਾਤਰ ਜਿਹੜਾ ਏਰੀਆ ਹੈਗਾ ਅਪਰੋਕਸੀਮੇਟ ਪੂਰੀ ਧਰਤੀ ਦਾ 83% ਆਇਤਨ ਹੈ ਜਿਹੜਾ ਉਹ ਕਿਹਦੇ ਕੋਲੇ ਆ ਜੀ? ਮੈਂਟਲ ਕੋਲੇ ਆ। ਕਹਿੰਦਾ ਮਤਲਬ ਕਿ ਧਰਤੀ ਦਾ, ਪੂਰੀ ਧਰਤੀ ਦਾ ਜੇਕਰ ਤੁਸੀਂ 83% ਆਇਤਨ ਕੱਢੋਗੇ ਤਾਂ ਉਹ ਸਾਡੇ ਲਵੇ ਕਿੱਥੇ ਹੋਏਗਾ? ਉਹ ਸਾਡੇ ਮੈਂਟਲ ਕੋਲੇ ਹੀ ਹੋਵੇਗਾ। ਠੀਕ ਹੈ ਜੀ। ਸੋ ਫਰੈਂਡ ਤੁਹਾਨੂੰ ਪਤਾ ਹੋਵੇਗਾ ਕਿ ਸਾਡਾ ਪੀਐਸਟੈਟ ਦਾ ਜਿਹੜਾ ਪੇਡ ਕੋਰਸ ਆ ਉਹ ਚੱਲਿਆ ਹੋਇਆ ਹੈਗਾ। ਸੋ ਜੇਕਰ ਤੁਸੀਂ ਪੀਐਸਟੈਟ ਦੇ ਪੇਡ ਕੋਰਸ ਤੇ ਇਨਰੋਲ ਹੋਣਾ ਚਾਹੁੰਦੇ ਹੋ ਤਾਂ ਬਹੁਤ ਹੀ ਲੋ ਕੋਸਟ ਦੇ ਉੱਪਰ ਤੁਸੀਂ 7598 55741 ਦੇ ਉੱਪਰ ਜਾਂ ਫਿਰ 9417 90898 ਦੇ ਉੱਪਰ ਕਾਲ ਕਰਕੇ ਤੁਸੀਂ ਪੂਰੇ ਪੇਡ ਕੋਰਸ ਬਾਰੇ ਜਾਣਕਾਰੀ ਲੈ ਸਕਦੇ ਹੋ। ਠੀਕ ਹੈ ਜੀ, ਕਲੀਅਰ ਹੈ ਜੀ ਇਸ ਗੱਲ ਦਾ। ਤਾਂ ਫਰੈਂਡ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਜਿਹੜੀ ਸਾਡੀ ਸੈਕਿੰਡ ਪਰਤ ਆ ਉਸ ਨੂੰ ਅਸੀਂ ਮੈਂਟਲ ਕਹਿੰਦੇ ਆ, ਵਿਚਕਾਰਲੀ ਪਰਤ ਆ। 30 ਕਿਲੋਮੀਟਰ ਤੋਂ ਲੈ ਕੇ 2900 ਕਿਲੋਮੀਟਰ ਤੱਕ ਦੇ ਏਰੀਆ ਦੇ ਵਿੱਚ ਇਹ ਫੈਲੀ ਹੋਈ ਹੈਗੀ। ਮੋਟਾਈ ਹੈ ਇਸ ਦੀ ਪੂਰੀ ਧਰਤੀ ਦਾ 83% ਆਇਤਨ ਜਿਹੜਾ ਉਹ ਮੈਂਟਲ ਦਾ ਹੀ ਹੁੰਦਾਗਾ। ਠੀਕ ਹੈ ਜੀ। ਜਵਾਲਾਮੁਖੀ ਦੇ ਦੌਰਾਨ ਫਰੈਂਡ ਯਾਦ ਰੱਖੋਗੇ ਕਿ ਆਪਾਂ ਕਹਿੰਦੇ ਕਿ ਜਵਾਲਾਮੁਖੀ ਦੇ ਦੌਰਾਨ ਜਿਹੜਾ ਮੈਗਮਾ ਬਾਹਰ ਆਉਂਦਾਗਾ ਉਹ ਮੈਂਟਲ ਦੇ ਵਿੱਚੋਂ ਹੀ ਨਿਕਲਦਾ ਹੈਗਾ। ਗੱਲ ਸਮਝੋ। ਆਪਾਂ ਕਹਿੰਦੇ ਮੈਗਮਾ ਕੀ ਹੁੰਦਾ ਜੀ? ਮੈਗਮਾ ਸਾਨੂੰ ਪਤਾ ਹੈਗਾ ਕਿ ਮੈਗਮਾ ਕੀ ਹੈਗਾ? ਜਿਹੜਾ ਜਵਾਲਾਮੁਖੀ ਦੇ ਦੌਰਾਨ ਲਾਵਾ ਬਾਹਰ ਨਿਕਲਦਾ ਹਨਾ, ਲਾਵਾ ਬਾਹਰ ਨਿਕਲਦਾ ਹੈਗਾ, ਗਰਮ ਗੈਸਾਂ ਦੇ ਗੋਲੇ ਬਾਹਰ ਨਿਕਲਦੇ ਨੇ, ਉਹਨਾਂ ਨੂੰ ਅਸੀਂ ਮੈਗਮਾ ਕਹਿੰਦੇ ਹਾਂਗੇ।
ਤੇ ਇਹ ਜਿਹੜਾ ਮੈਗਮਾ ਗਾ ਇਹ ਮੈਂਟਲ ਦੇ ਵਿੱਚੋਂ ਹੀ ਬਾਹਰ ਨਿਕਲਦਾ ਗਾ, ਭਾਵ ਮੈਂਟਲ ਦੇ ਵਿੱਚ ਹੀ ਮੌਜੂਦ ਹੁੰਦਾ ਗਾ। ਤੇ ਪੂਰਾ ਮੈਗਮਾ ਕਹਿੰਦੇ ਭਾਵ ਜਵਾਲਾਮੁਖੀ ਜਾਂ ਮੈਂਟਲ ਜਿਹੜੀ ਸਟੇਜ ਆ ਗਈ ਹੈ ਨਾ, ਮੈਂਟਲ ਕਿਸ ਤਰ੍ਹਾਂ ਦੀ ਪਰਤ ਹੈ ਜੀ, ਇਹ ਸਾਰਾ ਸੈਮੀ ਸੋਲਿਡ ਆਗਾ। ਸੈਮੀ ਸੋਲਿਡ ਸਮਝੋ, ਜਿਵੇਂ ਸਾਡਾ ਪੇਸਟ ਹੁੰਦਾ ਨਾ ਹਨਾ, ਕੋਲਗੇਟ ਕਲੋਜ਼ ਅਪ ਜਿਵੇਂ ਸਾਡਾ ਪੇਸਟ ਹੁੰਦਾ ਉਹ ਕੀ ਸੈਮੀ ਸੋਲਿਡ ਆਗਾ, ਪੂਰੀ ਤਰ੍ਹਾਂ ਦੇ ਨਾਲ ਠੋਸ ਨਹੀਂ ਹੈਗਾ। ਤਾਂ ਜਿਹੜਾ ਮੈਂਟਲ ਆ, ਮੈਂਟਲ ਦੇ ਵਿੱਚ ਜਿਹੜੀ ਵੀ ਪਰਤ ਆ, ਜਿਹੜੇ ਵੀ ਇੱਥੇ ਧਰਤੀ ਹੈਗੀ ਸਤਹ ਹੈਗੀ ਜਿਹੜੀ, ਉਹ ਪੂਰੀ ਤਰ੍ਹਾਂ ਦੇ ਨਾਲ ਠੋਸ ਨਹੀਂ ਹੈਗੀ ਬਲਕਿ ਸੈਮੀ ਸੋਲਿਡ ਹੈਗੀ। ਠੀਕ ਹੈ ਜੀ। ਤੇ ਬਹੁਤ ਜ਼ਿਆਦਾ ਇੰਪੋਰਟੈਂਟ ਇਹ ਆ ਫਰੈਂਡ ਕਿ ਇਸ ਨੂੰ ਸ਼ਾਰਟ ਦੇ ਵਿੱਚ ਸੀਮਾ ਕਿਹਾ ਜਾਂਦਾਗਾ। ਸ਼ਾਰਟ ਦੇ ਵਿੱਚ ਸੀਮਾ ਕਿਹਾ ਜਾਂਦਾਗਾ। ਸੀਮਾ ਕਿਉਂ ਕਿਹਾ ਜਾਂਦਾਗਾ? ਕਿਉਂਕਿ ਫਰੈਂਡ ਇਹ ਸਿਲੀਕਨ ਅਤੇ ਮੈਗਨੀਸ਼ੀਅਮ ਤੋਂ ਮਿਲ ਕੇ ਬਣੀ ਆ। ਇਹ ਸਿਲੀਕਨ ਪਲੱਸ ਮੈਗਨੀਸ਼ੀਅਮ ਤੋਂ ਮਿਲ ਕੇ ਬਣੀ ਆ। ਸੋ ਯਾਦ ਰੱਖੋਗੇ ਇਸ ਨੂੰ ਸਿਆਲ ਕਹਿੰਦੇ ਆ ਤੇ ਇਸ ਨੂੰ ਸੀਮਾ ਕਿਹਾ ਜਾਂਦਾਗਾ। ਇਸ ਨੂੰ ਸੀਮਾ ਕਿਹਾ ਜਾਂਦਾਗਾ ਕਿਉਂਕਿ ਇਹ ਸਿਲੀਕਨ ਅਤੇ ਮੈਗਨੀਸ਼ੀਅਮ ਤੋਂ ਮਿਲ ਕੇ ਬਣੀ ਆ। ਕਲੀਅਰ ਹੋ ਗਿਆ ਜੀ, ਸਿਲੀਕਨ ਅਤੇ ਮੈਗਨੀਸ਼ੀਅਮ ਤੋਂ ਮਿਲ ਕੇ ਬਣੀ ਹੈਗੀ। ਤੇ ਜਦੋਂ ਅਸੀਂ ਇਸ ਨੂੰ ਲਿਥੋਸਫੀਅਰ ਕਹਿੰਦੇ ਸੀ, ਮੈਂ ਦੱਸ ਕੇ ਕਿ ਇਸ ਨੂੰ ਲਿਥੋਸਫੀਅਰ ਕਹਿੰਦੇ ਆਂਗੇ, ਬਟ ਇਸ ਨੂੰ ਅਸੀਂ ਯਾਦ ਰੱਖੋਗੇ ਇਸ ਨੂੰ ਅਸੀਂ ਪਾਇਰੋਸਫੀਅਰ ਕਹਿੰਦੇ ਆ ਜੀ। ਇਸ ਨੂੰ ਅਸੀਂ ਪਾਇਰੋਸਫੀਅਰ ਕਿਹਾ ਜਾਂਦਾ ਹੈਗਾ। ਸੋ ਯਾਦ ਰੱਖੋਗੇ ਇਸ ਨੂੰ ਪਾਇਰੋਸਫੀਅਰ ਕਿਹਾ ਜਾਂਦਾ ਹੈਗਾ। ਜੇਕਰ ਇਸ ਦੀ ਘਣਤਾ ਦੀ ਗੱਲ ਕਰੀਏ, ਉਸ ਦੀ ਘਣਤਾ 3 ਤੋਂ ਲੈ ਕੇ 3.5 ਸੀਗੀ ਤੇ ਇਸ ਦੀ ਘਣਤਾ 3.6 ਤੋਂ ਲੈ ਕੇ 4.95 ਗ੍ਰਾਮ ਪਰ ਸੈਂਟੀਮੀਟਰ ਕਿਊਬ ਆ। ਕਿਉਂ? ਮੈਂ ਤੁਹਾਨੂੰ ਦੱਸਦਾ ਰਿਹਾ ਕਿ ਜਦੋਂ ਅਸੀਂ ਧਰਤੀ ਦੇ ਅੰਦਰ ਜਾਂਦੇ ਆਂਗੇ ਤਾਂ ਜਿਹੜੀ ਘਣਤਾ ਉਹ ਲਗਾਤਾਰ ਵੱਧਦੀ ਜਾਂਦੀ ਹੈ। ਜਦੋਂ ਅਸੀਂ ਅੰਦਰ ਜਾਂਦੇ ਆ ਜਿਹੜੀ ਘਣਤਾ ਉਹ ਲਗਾਤਾਰ ਵੱਧਦੀ ਜਾਂਦੀ ਆ। ਇਸੇ ਕਰਕੇ ਯਾਦ ਰੱਖੋਗੇ ਕਿ ਇਸ ਦੀ ਜਿਹੜੀ ਘਣਤਾ ਉਹ 3.5 ਤੋਂ ਵੱਧ ਹੋਏਗੀ, 3.6 ਤੋਂ ਲੈ ਕੇ 4.95 ਤੱਕ ਹੋਏਗੀ। ਤੇ ਨਾਲ ਹੀ ਫਰੈਂਡ ਯਾਦ ਰੱਖਣਾਗਾ ਕਿ ਮੈਂਟਲ ਨੂੰ ਵਾਈਟ ਆਫ ਦਾ ਅਰਥ ਵੀ ਕਿਹਾ ਜਾਂਦਾ ਹੈਗਾ। ਇਸ ਨੂੰ ਵਾਈਟ ਆਫ ਦਾ ਅਰਥ ਵੀ ਕਿਹਾ ਜਾਂਦਾ ਹੈਗਾ। ਕਲੀਅਰ ਹੋ ਗਿਆ ਜੀ। ਇਸ ਨੂੰ ਵਾਈਟ ਆਫ ਦਾ ਅਰਥ ਵੀ ਕਿਹਾ ਜਾਂਦਾ ਹੈਗਾ। ਠੀਕ ਹੈ ਜੀ। ਮੈਂਟਲ ਨੂੰ ਕਈ ਜਿਹੜੇ ਦੋ ਭਾਗਾਂ ਦੇ ਵਿੱਚ ਵੀ ਵੰਡਦੇ ਨੇ, ਅਪਰ ਮੈਂਟਲ ਤੇ ਲੋਅਰ ਮੈਂਟਲ, ਬਟ ਉੱਥੇ ਜਾਣ ਦੀ ਜ਼ਰੂਰਤ ਨਹੀਂ। ਤੁਸੀਂ ਸਿੰਪਲ ਇੱਥੇ ਇਹ ਜਿਹੜੇ ਮੇਨ ਪੁਆਇੰਟ ਨੇ ਇਹਨਾਂ ਨੂੰ ਤੁਸੀਂ ਯਾਦ ਰੱਖੋਗੇ। ਫਰੈਂਡ ਜਿਹੜਾ ਅਸੀਂ ਇਹ ਸੈਪਰੇਸ਼ਨ ਕਰ ਰਹੇ ਹਾਂ ਨਾ, ਇਹ ਕਿਸ ਨੇ ਦਿੱਤਾ ਸੀ? ਆਸਟ੍ਰੇਲੀਆ ਦਾ ਇੱਕ ਭੂ ਵਿਗਿਆਨੀ ਸੀਗਾ ਜਿਸ ਦਾ ਨਾਮ ਸੀ ਸਵੇਸ। ਗੱਲ ਸਮਝਦੇ ਹੋ? ਆਸਟ੍ਰੇਲੀਆ ਦਾ ਇੱਕ ਭੂ ਵਿਗਿਆਨੀ ਸੀ, ਆਸਟ੍ਰੇਲੀਆ ਦੇ ਇੱਕ ਭੂ ਵਿਗਿਆਨੀ ਸੀ ਜਿਸ ਦਾ ਨਾਮ ਸੀ ਸਵੇਸ। ਸਵੇਸ ਨੇ ਧਰਤੀ ਨੂੰ 3 ਭਾਗਾਂ ਦੇ ਵਿੱਚ ਵੰਡਿਆ ਸੀ। ਸਵੇਸ ਨੇ ਧਰਤੀ ਨੂੰ 3 ਭਾਗਾਂ ਦੇ ਵਿੱਚ ਵੰਡਿਆ ਸੀ। ਕਿਹੜੇ ਕਿਹੜੇ ਭਾਗ ਜੀ? ਕੋਰ, ਮੈਂਟਲ ਤੇ ਕਰਸਟ। ਕਲੀਅਰ ਹੋ ਗਿਆ। ਦੈਨ ਅਸੀਂ 2 ਭਾਗਾਂ ਦੀ ਗੱਲ ਕਰ ਚੁੱਕੇ ਹਾਂ, ਪਹਿਲਾ ਕਰਸਟ ਤੇ ਦੂਸਰਾ ਮੈਂਟਲ। ਸੋ ਕਰਸਟ ਜਿਹੜੀ ਸਭ ਤੋਂ ਬਾਹਰੀ ਪਰਤ ਆ, ਜੇਕਰ ਸੈਕੰਡ ਪਰਤ ਦੀ ਗੱਲ ਕਰੀਏ ਤਾਂ ਇਸ ਨੂੰ ਅਸੀਂ ਮੈਂਟਲ ਕਹਿੰਦੇ ਆ। ਸੋ ਇਹ ਪੁਆਇੰਟ ਇਸ ਦੇ ਰਿਗਾਰਡਿੰਗ ਤੁਸੀਂ ਜ਼ਰੂਰ ਯਾਦ ਰੱਖਣੇ ਨੇ। ਸੋ ਜਿਹੜੀ ਵਿਚਕਾਰਲੀ ਪਰਤ ਆ ਉਸ ਨੂੰ ਮੈਂਟਲ ਕਹਾਂਗੇ। ਇਸ ਦੀ ਜਿਹੜੀ ਮੋਟਾਈ ਆ 30 ਕਿਲੋਮੀਟਰ ਤੋਂ ਲੈ ਕੇ 2900 ਕਿਲੋਮੀਟਰ ਤੱਕ ਹੁੰਦੀ ਆ। ਇਸ ਦਾ ਜਿਹੜਾ ਆਇਤਨ ਆ, ਜੇਕਰ ਪੂਰਾ 100% ਮੰਨ ਲਈ ਤਾਂ 83% ਆਇਤਨ ਆ ਜਿਹੜਾ ਉਹ ਮੈਂਟਲ ਦੇ ਕੋਲ ਹੀ ਹੈ। ਜਵਾਲਾਮੁਖੀ ਜਿਹੜੇ ਨਿਕਲਦੇ ਨੇ, ਜਵਾਲਾਮੁਖੀ ਦੇ ਦੌਰਾਨ ਜਿਹੜਾ ਮੈਗਮਾ ਬਣਦਾ ਉਹ ਇਸ ਮੈਂਟਲ ਦੇ ਵਿੱਚੋਂ ਹੀ ਨਿਕਲਦਾ। ਇਹ ਇੱਕ ਸੈਮੀ ਸੋਲਿਡ ਹੈ, ਜਿਸ ਤਰ੍ਹਾਂ ਸਾਡਾ ਪੇਸਟ ਹੁੰਦਾਗਾ ਸੈਮੀ ਸੋਲਿਡ ਹੁੰਦਾ, ਠੋਸ ਨਹੀਂ ਹੁੰਦਾ। ਸੋ ਇਸ ਦੇ ਵਿੱਚ ਜਿਹੜਾ ਵੀ ਪੂਰਾ ਪਦਾਰਥ ਭਰਿਆ ਹੋਇਆ ਉਹ ਸਾਰਾ ਸੈਮੀ ਸੋਲਿਡ ਹੈ। ਇਸ ਨੂੰ ਸੀਮਾ ਕਿਹਾ ਜਾਂਦਾ ਕਿਉਂਕਿ ਇਹ ਸਿਲੀਕਨ ਅਤੇ ਮੈਗਨੀਸ਼ੀਅਮ ਤੋਂ ਮਿਲ ਕੇ ਬਣੀ ਆ। ਜਿਵੇਂ ਇਸ ਨੂੰ ਸਿਆਲ ਕਹਿੰਦੇ ਆ ਕਿ ਸਿਲੀਕਨ ਤੇ ਐਲੂਮੀਨੀਅਮ ਤੋਂ ਮਿਲ ਕੇ ਬਣੀ ਆ, ਇਸ ਨੂੰ ਸੀਮਾ ਕਿਹਾ ਜਾਂਦਾਗਾ ਕਿ ਇਹ ਸਿਲੀਕਨ ਤੇ ਮੈਗਨੀਸ਼ੀਅਮ ਤੋਂ ਮਿਲ ਕੇ ਬਣੀ ਆ। ਇਸ ਦਾ ਸ਼ਾਰਟ ਨਾਮ ਪਾਇਰੋਸਫੀਅਰ ਹੈ। ਇਸ ਨੂੰ ਪਾਇਰੋਸਫੀਅਰ ਕਹਿੰਦੇ ਆ, ਇਸ ਨੂੰ ਲਿਥੋਸਫੀਅਰ ਕਿਹਾ ਗਿਆ ਸੀ, ਇਸ ਨੂੰ ਪਾਇਰੋਸਫੀਅਰ ਵੀ ਕਹਿੰਦੇ ਹੈਗੇ। ਤੇ ਜਿਹੜੀ ਘਣਤਾ 3.6 ਤੋਂ ਲੈ ਕੇ 4.95 ਗ੍ਰਾਮ ਪਰ ਸੈਂਟੀਮੀਟਰ ਕਿਊਬ ਹੋਏਗੀ। ਐਂਡ ਲਾਸਟ ਇਸ ਨੂੰ ਵਾਈਟ ਆਫ ਦਾ ਅਰਥ ਕਿਹਾ ਜਾਂਦਾ ਜੀ। ਇਸ ਨੂੰ ਵਾਈਟ ਆਫ ਦਾ ਅਰਥ ਕਿਹਾ ਜਾਂਦਾਗਾ। ਭਾਵ ਜੇਕਰ ਤੁਹਾਨੂੰ ਐਗਜ਼ਾਮ 'ਚ ਕੁਐਸਚਨ ਪੁੱਛਿਆ ਜਾਂਦਾਗਾ ਜਿਹੜਾ ਕਿ ਪੀਐਸਟੈਟ ਦੇ ਵਿੱਚ ਵਾਰ-ਵਾਰ ਪੁੱਛਿਆ ਗਿਆ ਤਾਂ ਇਸ ਨੂੰ ਵਾਈਟ ਆਫ ਦਾ ਅਰਥ ਕਿਹਾ ਜਾਂਦਾ। ਸੋ ਫਰੈਂਡ ਪੇਡ ਕੋਰਸ ਚੱਲਿਆ ਹੋਇਆਗਾ। ਜੇਕਰ ਤੁਸੀਂ ਇਨਰੋਲ ਕਰਨਾ ਤਾਂ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਉੱਪਰ ਕਾਲ ਜਾਂ WhatsApp ਕਰਕੇ ਪੂਰੇ ਕੋਰਸ ਦੀ ਜਾਣਕਾਰੀ ਲੈ ਸਕਦੇ ਹੋ। ਬਹੁਤ ਸਾਰੇ ਟੌਪਿਕ, ਬਹੁਤ ਸਾਰੇ ਕਨਸੈਪਟ, ਈਡੀਐਸ, ਮੈਥ, ਸਾਈਕੋ, ਪੰਜਾਬੀ, ਇੰਗਲਿਸ਼, ਸਾਰੇ ਟੌਪਿਕ ਨੇ ਜਿਹੜੇ ਉਹ ਕਵਰ ਹੋ ਜਾਣਗੇ ਤੁਹਾਡੇ ਐਗਜ਼ਾਮ ਤੱਕ। ਤੋਂ ਨੈਕਸਟ ਅਸੀਂ ਥਰਡ ਪਰਤ ਦੀ ਗੱਲ ਕਰਦੇ ਹਾਂ, ਹਨਾ। ਜਿਹੜੀ ਥਰਡ ਪਰਤ ਹੈ ਜੀ ਉਸ ਦਾ ਕੀ ਨਾਮ ਆ? ਕੋਰ। ਠੀਕ ਹੈ ਜੀ। ਜਿਹੜੀ ਥਰਡ ਪਰਤ ਹੈ ਜੀ, ਲਾਸਟ ਪਰਤ ਹੈ ਜੀ,
ਦੈਨ ਜਿਹੜੀ ਸੈਂਟਰ ਵਾਲੀ ਪਰਤ ਹੈ ਜੀ ਉਸ ਨੂੰ ਅਸੀਂ ਕੀ ਕਹਿੰਦੇ ਕੋਰ। ਇੱਥੋਂ ਤੁਹਾਨੂੰ ਲਾਸਟ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਜੋ ਫਰੈਂਡ ਸੈਂਟਰ ਵਾਲੀ ਪਰਤ ਹੈ ਜੀ ਇਸ ਨੂੰ ਕੋਰ ਕਿਹਾ ਜਾਂਦਾ ਹੈਗਾ। ਪ੍ਰਿਥਵੀ ਦੀ ਸਭ ਤੋਂ ਹੇਠਲੀ ਪਰਤ, ਠੀਕ ਹੈ ਜੀ, ਸਭ ਤੋਂ ਹੇਠਲੀ ਪਰਤ ਹੈ ਜਿਹੜੀ ਉਹ ਕੋਰ ਆ, ਪਹਿਲੀ ਗੱਲ ਤਾਂ। ਤੇ ਦੂਸਰੀ, ਇਸ ਨੂੰ ਸ਼ੋਰਟ ਦੇ ਵਿੱਚ ਨਿਫੇ ਕਿਹਾ ਜਾਂਦਾ ਹੈ ਜੀ। ਸ਼ਾਇਦ ਤੁਹਾਨੂੰ ਪਹਿਲਾਂ ਪਤਾ ਜਾਂ ਨਹੀਂ ਪਤਾ, ਪਰ ਇਹ ਨਾਮ ਤਾਂ ਤੁਹਾਨੂੰ ਯਾਦ ਰੱਖਣੇ ਪੈਣਗੇ ਹੀ, ਸਿਆਲ, ਸੀਮਾ ਤੇ ਨਿਫੇ। ਨਿਫੇ ਕਿਉਂ ਕਿਹਾ ਜਾਂਦਾ ਹੈਗਾ? ਨਿਫੇ ਇੰਨਾ ਹੀ ਹੁੰਦਾ ਜੀ ਨਿਕਲ, ਇੰਨਾ ਹੀ ਹੁੰਦਾ ਨਿਕਲ, ਤੇ ਐਫ ਹੁੰਦਾ ਫੈਰਸ। ਫੈਰਸ ਜਿਸ ਨੂੰ ਅਸੀਂ ਆਇਰਨ ਕਹਿੰਦੇ ਆ, ਤੁਸੀਂ ਇਸ ਨੂੰ ਫੈਰਸ ਵੀ ਕਹਿ ਸਕਦੇ ਹੋ ਤੇ ਆਇਰਨ ਵੀ ਕਹਿ ਸਕਦੇ ਹੋ, ਲੋਹਾ ਵੀ ਕਹਿ ਸਕਦੇ ਹੋ। ਸੋ ਕੀ ਜਜਮੈਂਟ ਹੁੰਦੀ ਹੈ ਇਸ ਤੋਂ ਇਹ ਜਜਮੈਂਟ ਹੁੰਦੀ ਆ ਕਿ ਜਿਹੜੀ ਸੈਂਟਰ ਵਾਲੀ ਜਿਹੜੀ ਬਿਲਕੁਲ ਡੀਪ ਡੂੰਘਾਈ ਤੇ ਪਰਤ ਆ, ਉਹ ਜਿਹੜੀ ਹੇਠਲੀ ਪਰਤ ਉਸ ਨੂੰ ਅਸੀਂ ਮੈਂਟਲ ਕਹਿੰਦੇ ਆਗੇ, ਸੌਰੀ ਉਸ ਨੂੰ ਅਸੀਂ ਕੋਰ ਕਹਿੰਦੇ ਆਗੇ। ਤੇ ਨਾਲ ਹੀ ਯਾਦ ਰੱਖੋਗੇ ਕਿ ਇਸ ਨੂੰ ਨਿਫੇ ਕਿਹਾ ਜਾਂਦਾ, ਕਿਉਂ? ਕਿਉਂਕਿ ਨਿਕਲ ਅਤੇ ਆਇਰਨ ਤੋਂ ਮਿਲ ਕੇ ਬਣੀ ਹੁੰਦੀ ਆ। ਦੇਖੋ ਤੁਹਾਨੂੰ ਪਤਾ ਹੋਵੇਗਾ ਕਿ ਨਿਕਲ ਤੇ ਆਇਰਨ, ਲੋਹਾ, ਦੋਨੋਂ ਹੀ ਮੈਗਨੈਟਿਕ ਪ੍ਰੋਪਰਟੀ ਸ਼ੋ ਕਰਦੇ ਨੇ। ਭਾਵ ਜਦੋਂ ਅਸੀਂ ਚੁੰਬਕ ਦੇ ਨਾਲ ਲੋਹਾ ਲੈ ਕੇ ਜਾਂਦੇ ਜਾਂ ਨਿਕਲ ਲੈ ਕੇ ਜਾਂਦੇ ਆ ਤਾਂ ਦੋਨੋਂ ਹੀ ਚੁੰਬਕ ਦੇ ਵੱਲ ਅਟਰੈਕਟ ਹੁੰਦੇ ਨੇ। ਸੋ ਦੋਨਾਂ ਨੂੰ ਅਸੀਂ ਚੁੰਬਕੀ ਪਦਾਰਥ ਕਹਿੰਦੇ ਹੈਗੇ। ਇਸ ਕਰਕੇ ਇੱਥੇ ਕੋਰ ਦੇ ਵਿੱਚ ਜਿਹੜੀਆਂ ਮੈਗਨੈਟਿਕ ਪ੍ਰੋਪਰਟੀਆਂ ਨੇ ਉਹ ਹੋਣਗੀਆਂ। ਇਹਦਾ ਮਤਲਬ ਹੈਗਾ ਕਿ ਇਸ ਦੇ ਵਿੱਚ ਚੁੰਬਕੀ ਵਿਸ਼ੇਸ਼ਤਾਵਾਂ ਹੋਣਗੀਆਂ। ਸਿੰਪਲ ਜੀ ਗੱਲ ਆ ਕਿ ਇੱਥੇ ਨਿਕਲ ਹੈ, ਆਇਰਨ ਹੈ, ਲੋਹਾ, ਜਿਹੜੀ ਚੁੰਬਕ ਆ ਉਹ ਕਿਸ ਤੋਂ ਮਿਲ ਕੇ ਬਣਦੀ ਆ? ਲੋਹੇ ਤੋਂ ਹੀ ਤਾਂ ਬਣਦੀ ਆ, ਨਿਕਲ ਤੋਂ ਤਾਂ ਬਣਦੀ ਆ। ਇਸੇ ਕਾਰਨ ਤੁਸੀਂ ਯਾਦ ਰੱਖਣਾਗਾ ਕਿ ਜਿਹੜੀ ਸਾਡੇ ਲਵੇ ਨਿਫੇ ਹੈ, ਜਿਹੜੀ ਸਾਡੇ ਲਵੇ ਕੋਰ ਹੈ, ਇਸ ਦੇ ਵਿੱਚ ਚੁੰਬਕੀ ਵਿਸ਼ੇਸ਼ਤਾਵਾਂ ਹੋਣਗੀਆਂ। ਠੀਕ ਹੈ ਜੀ। ਤੇ ਸਭ ਤੋਂ ਇੰਪੋਰਟੈਂਟ ਗੱਲ, ਇਹ ਪੂਰੀ ਤਰ੍ਹਾਂ ਦੇ ਨਾਲ ਠੋਸ ਆ ਜੀ, ਪੂਰੀ ਤਰ੍ਹਾਂ ਦੇ ਨਾਲ ਸੋਲਿਡ ਆ। ਜੇ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਮੈਂਟਲ ਹੈ ਇਹ ਸੈਮੀ ਸੋਲਿਡ ਹੁੰਦੀ ਆ, ਬਟ ਜਿਹੜੀ ਕੋਰ ਹੈ ਇਹ ਸਾਡੇ ਲਵੇ ਠੋਸ ਹੋਏਗੀ। ਠੀਕ ਹੈ ਜੀ। ਤੇ ਇਸ ਦਾ ਸ਼ਾਰਟ ਨੇਮ ਕੀ ਹੈ ਜੀ? ਇਸ ਨੂੰ ਬੈਰੀਸਫੀਅਰ ਵੀ ਕਿਹਾ ਜਾਂਦਾ ਹੈਗਾ, ਇਸ ਨੂੰ ਬੈਰੀਸਫੀਅਰ ਵੀ ਕਿਹਾ ਜਾਂਦਾ ਹੈਗਾ। ਸੋ ਯਾਦ ਰੱਖੋਗੇ, ਪਹਿਲੀ ਨੂੰ ਲਿਥੋਸਫੀਅਰ ਕਿਹਾ ਜਾਂਦਾ ਹੈਗਾ। ਠੀਕ ਹੈ ਜੀ। ਉਸ ਤੋਂ ਬਾਅਦ ਵਾਲੀ ਜਿਹੜੀ ਮੈਂਟਲ ਹੈ ਇਸ ਨੂੰ ਅਸੀਂ ਪਾਇਰੋਸਫੀਅਰ ਕਿਹਾ ਸੀਗਾ, ਇਸ ਨੂੰ ਪਾਇਰੋਸਫੀਅਰ ਕਿਹਾ ਸੀ, ਤੇ ਇਸ ਨੂੰ ਅਸੀਂ ਬੈਰੀਸਫੀਅਰ ਕਹਿੰਦੇ। ਤੇ ਜੇਕਰ ਇਸ ਦੀ ਘਣਤਾ ਦੀ ਗੱਲ ਕਰੀਏ, ਹਨਾ, ਜੇਕਰ ਇਸ ਦੀ ਘਣਤਾ ਦੀ ਗੱਲ ਕਰੀਏ ਤਾਂ ਇਹ 9 ਤੋਂ ਲੈ ਕੇ 13 ਗ੍ਰਾਮ ਪਰ ਸੈਂਟੀਮੀਟਰ ਕਿਊਬ ਹੋਵੇਗੀ। ਕੋਰ ਵਿੱਚ ਤਾਪਮਾਨ ਸਭ ਤੋਂ ਜ਼ਿਆਦਾ ਹੁੰਦਾ ਜੀ, ਕਿਉਂ? ਇੱਥੇ ਤੁਸੀਂ ਯਾਦ ਰੱਖ ਸਕਦੇ ਹੋ ਕਿ ਕੋਰ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ 4500 ਡਿਗਰੀ ਸੈਲਸੀਅਸ ਤੱਕ ਹੁੰਦਾਗਾ, ਕਿਉਂਕਿ ਧਰਤੀ ਦੇ ਜਦੋਂ ਅਸੀਂ ਇਨਵਰਟ ਜਾਂਦੇ ਆ ਤਾਂ ਤਾਪਮਾਨ ਵੱਧਦਾ ਜਾਂਦਾਗਾ। ਸੋ ਸਭ ਤੋਂ ਵੱਧ ਜਿਹੜਾ ਤਾਪਮਾਨ ਹੈ, ਜਿਹੜਾ ਸਭ ਤੋਂ ਜ਼ਿਆਦਾ ਤਾਪਮਾਨ ਹੈ ਉਹ ਤੁਹਾਨੂੰ ਕੋਰ ਦੇ ਵਿੱਚ ਵੇਖਣ ਨੂੰ ਮਿਲੇਗਾ, ਅਪਰੋਕਸੀਮੇਟ 4500 ਡਿਗਰੀ ਸੈਲਸੀਅਸ। ਸੋ ਇੰਨੇ ਜ਼ਿਆਦਾ ਤਾਪਮਾਨ ਦੇ ਬਾਵਜੂਦ, ਤਾਪਮਾਨ ਬਹੁਤ ਜ਼ਿਆਦਾ ਹੈ, ਸਾਨੂੰ ਪਤਾ ਕਿ ਤਾਪਮਾਨ ਦੇ ਨਾਲ ਹਰੇਕ ਚੀਜ਼ ਜਿਹੜੀ ਉਹ ਪਿਘਲ ਜਾਂਦੀ ਹੈਗੀ, ਹਨਾ, ਜਦੋਂ ਤਾਪਮਾਨ ਜ਼ਿਆਦਾ ਹੁੰਦਾ ਹਰੇਕ ਚੀਜ਼ ਪਿਘਲ ਜਾਂਦੀ ਹੈਗੀ। ਬਟ ਇੰਨੇ ਜ਼ਿਆਦਾ ਤਾਪਮਾਨ ਦੇ ਕਾਰਨ ਵੀ ਇਹ ਠੋਸ ਆ ਗਈ, ਇਹ ਠੋਸ ਆ। ਇਹਦਾ ਕਾਰਨ ਕੀ ਆ? ਇਹਦਾ ਇੱਕੋ ਇੱਕ ਕਾਰਨ ਹੈਗਾ ਕਿ ਇੱਥੇ ਦਬਾਅ ਵੀ ਬਹੁਤ ਜ਼ਿਆਦਾ ਆ, ਪ੍ਰੈਸ਼ਰ ਆ ਜਿਹੜਾ ਉਹ ਵੀ ਬਹੁਤ ਜ਼ਿਆਦਾ ਹੈ, ਕਿਉਂਕਿ ਸਭ ਤੋਂ ਹੇਠਾਂ ਵੀ ਇਹਦੇ ਉੱਪਰ ਮੈਂਟਲ ਪਰਤ ਦਾ ਵੀ ਪ੍ਰੈਸ਼ਰ ਆ, ਸਿਆਲ ਦਾ ਵੀ ਪ੍ਰੈਸ਼ਰ ਹੈਗਾ। ਸੋ ਇੱਥੇ ਸਭ ਤੋਂ ਵੱਧ ਤਾਪਮਾਨ ਵੀ ਆ ਤੇ ਦਬਾਅ ਵੀ ਆ। ਸੋ ਇੰਨੇ ਜ਼ਿਆਦਾ ਦਬਾਅ ਹੋਣ ਦੇ ਕਾਰਨ ਜਿਹੜੇ ਪਾਰਟੀਕਲ ਨੇ ਇੱਕ ਦੂਜੇ ਦੇ ਬਹੁਤ ਜ਼ਿਆਦਾ ਨੇੜੇ ਰਹਿੰਦੇ ਨੇ, ਜਿਸ ਦੇ ਕਾਰਨ ਇੱਥੇ ਤਾਪਮਾਨ ਜਿਹੜਾ ਜ਼ਿਆਦਾ ਹੋਣ ਦੇ ਬਾਵਜੂਦ ਵੀ ਇਹ ਠੋਸ ਅਵਸਥਾ ਦੇ ਵਿੱਚ ਰਹੇਗੇ। ਠੀਕ ਹੈ ਜੀ, ਕਲੀਅਰ ਹੋ ਗਿਆ। ਤੇ ਇਹ ਸੀ ਫਰੈਂਡ ਟੌਪਿਕ। ਜੇਕਰ ਤੁਹਾਡੇ ਤੋਂ ਔਸਤ ਘਣਤਾ ਪੁੱਛੀ ਜਾਵੇ ਨਾ, ਔਸਤ ਘਣਤਾ ਪੁੱਛੀ ਜਾਵੇ, ਕਿਉਂਕਿ ਅਸੀਂ ਵੱਖ-ਵੱਖ ਘਣਤਾ ਦੀ ਗੱਲ ਕੀਤੀ ਆ, ਮੈਂਟਲ ਦੀ ਘਣਤਾ ਅਲੱਗ ਆ ਗਈ, ਕਰਸਟ ਦੀ ਅਲੱਗ ਆ, ਕੋਰ ਦੀ ਅਲੱਗ ਆ। ਜੇਕਰ ਤੁਹਾਡੇ ਤੋਂ ਔਸਤ ਘਣਤਾ ਪੁੱਛੀ ਹੋਵੇ ਧਰਤੀ ਦੀ ਤਾਂ ਤੁਸੀਂ ਆਨਸਰ ਦੋਗੇ ਜੀ 5.5 ਗ੍ਰਾਮ ਪਰ ਸੈਂਟੀਮੀਟਰ ਕਿਊਬ। ਕਿਸ ਦੀ ਹੈ ਜੀ ਇਹ? ਔਸਤ ਘਣਤਾ ਪੂਰੀ ਧਰਤੀ ਦੀ। ਪਰ ਜੇ ਕੱਲੀ ਪਰਤ ਦੀ ਘਣਤਾ ਪੁੱਛੀ ਹੋਵੇ, ਜਿਸ ਤਰ੍ਹਾਂ ਕੋਰ ਦੀ ਘਣਤਾ ਡੈਂਸਿਟੀ ਪੁੱਛੀ ਹੋਵੇ, ਤਾਂ ਤੁਹਾਡਾ ਆਨਸਰ ਰਹੇਗਾ 9 ਤੋਂ ਲੈ ਕੇ 13 ਗ੍ਰਾਮ ਪਰ ਸੈਂਟੀਮੀਟਰ ਕਿਊਬ। ਕਲੀਅਰ ਹੋ ਗਿਆ ਜੀ। ਸੋ ਫਰੈਂਡ ਇਹ ਸੀ ਸਾਡਾ ਅੱਜ ਦਾ ਲੈਕਚਰ। ਉਮੀਦ ਹੈ ਕਿ ਤੁਹਾਨੂੰ ਧਰਤੀ ਦੀ ਸੰਰਚਨਾ ਬਾਰੇ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ। ਸਾਰੇ ਕੁਐਸਚਨ ਤੁਹਾਡੇ ਐਗਜ਼ਾਮ ਪੁਆਇੰਟ ਆਫ View ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਸੋ ਫਰੈਂਡ ਫਿਰ ਤੋਂ ਮੈਂ ਲਾਸਟ ਅਨਾਉਂਸਮੈਂਟ ਕਰਕੇ ਵੀਡੀਓ ਨੂੰ ਖਤਮ ਕਰ ਦਾਂਗਾ ਕਿ ਪੀਐਸ ਸਟੈਟ ਦਾ ਸਾਡਾ ਜਿਹੜਾ ਪੇਡ ਕੋਰਸ ਆ ਉਹ ਚੱਲਿਆ ਹੋਇਆ ਹੈਗਾ, ਜਿਹਦੇ ਵਿੱਚ ਤੁਹਾਨੂੰ ਪੰਜਾਬੀ, ਸਾਈਕੋ, ਇੰਗਲਿਸ਼
ਦੈਨ ਤੁਹਾਡਾ EVS ਤੇ ਮੈਥ ਦੀ ਬਹੁਤ ਬੈਸਟ ਪ੍ਰੈਪਰੇਸ਼ਨ ਕਰਾਈ ਜਾ ਰਹੀ ਹੈ, ਬਹੁਤ ਹੀ ਘੱਟ ਚਾਰजेस ਕਰ ਦਿੱਤੇ ਗਏ ਨੇ। तो ਜੇਕਰ ਤੁਸੀਂ ਕੋਰਸ ਨੂੰ ਜੁਆਇਨ ਕਰਨਾ ਤਾਂ ਤੁਸੀਂ 75897 55741 ਦੇ ਉੱਪਰ ਜਾਂ ਫਿਰ 9417 90898 ਦੇ ਉੱਪਰ ਕਾਲ ਜਾਂ WhatsApp ਕਰ ਸਕਦੇ ਹੋ। ਪੂਰੇ ਨੋਟਸ, ਵੀਡੀਓ ਕਲਾसेस, ਮੌਕ ਟੈਸਟ ਤੇ ਨੋਟਸ PDF ਪ੍ਰੋਵਾਈਡ ਕਰਵਾਏ ਜਾਣਗੇ। ਸੋ ਫਰੈਂਡ ਇੱਕ ਵਾਰ ਵੀਡੀਓ ਨੂੰ ਰਿਪੀਟ ਕਰਕੇ ਫਿਰ ਦੇਖ ਲਿਓ ਤਾਂ ਜੋ ਤੁਹਾਨੂੰ ਬਹੁਤ ਸੌਖਾ ਹੋ ਜਾਏ ਇਸ ਨੂੰ ਕਰਨਾ, ਕਿਉਂਕਿ ਐਗਜ਼ਾਮ ਦੇ ਵਿੱਚ ਹਰ ਵਾਰ ਕੁਐਸਚਨ ਇਹ ਤੋਂ ਪੁੱਛਿਆ ਜਾਂਦਾਗਾ। ਤੇ ਬਾਕੀ ਦੀਆਂ ਸਾਡੀਆਂ ਵੀਡੀਓਜ਼ ਦੇਖਣ ਵਾਸਤੇ ਤੁਸੀਂ ਸਾਡੇ ਨਾਲ ਪੇਡ ਕੋਰਸ ਦੇ ਵਿੱਚ ਜੁੜ ਸਕਦੇ ਹੋ। ਓਕੇ ਜੀ, ਥੈਂਕ ਯੂ।